ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜੋ ਕਿਤਾਬ ਪੜ੍ਹਨ ਜਾ ਰਹੇ ਹਾਂ ਉਸ ਦਾ ਨਾਮ ਹੈ ਸਿੱਖ ਇਤਿਹਾਸ। ਲੇਖਕ ਖੁਸ਼ਵੰਤ ਸਿੰਘ। ਭੂਮਿਕਾ। ਕਪਤਾਨ ਜੋਜ਼ਫ ਡੇਵੀ ਕਨਿੰਘਮ ਦੀ ਸਿੱਖਾਂ ਦਾ ਇਤਿਹਾਸ 1849 ਵਿੱਚ ਆਪਣੇ ਪ੍ਰਕਾਸ਼ਨ ਤੋਂ ਲੈ ਕੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਉੱਚ ਕੋਟੀ ਦੀ ਰਚਨਾ ਮੰਨੀ ਜਾਂਦੀ ਹੈ। ਉਸ ਸਮੇਂ ਤੋਂ ਹੀ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ 'ਤੇ ਵਿਆਪਕ ਖੋਜ ਕੀਤੀ ਗਈ ਹੈ। ਉਹਨਾਂ ਦੀਆਂ ਪਵਿੱਤਰ ਧਰਮ ਪੁਸਤਕਾਂ ਦੇ ਅਨੁਵਾਦ ਕੀਤੇ ਗਏ ਹਨ। ਸਿੱਖ ਧਰਮ, ਸਥਾਨ ਤੇ ਫਿਰਕੇ ਨਾਲ ਸੰਬੰਧਿਤ ਲਿਖਤੀ ਪ੍ਰਮਾਣਾਂ ਦੀ ਖੋਜ ਕੀਤੀ ਗਈ ਹੈ। ਇੱਕ ਸੁਤੰਤਰ ਪੰਜਾਬ ਦੀ ਸਿੱਖ ਅਗਵਾਈ ਅਧੀਨ ਸਥਾਪਨਾ ਤੇ ਰਣਜੀਤ ਸਿੰਘ ਦੀ ਮੌਤ ਤੋਂ ਪਿੱਛੋਂ ਇਸ ਦੇ ਪਤਨ ਦੀ ਵਿਆਖਿਆ ਕੀਤੀ ਗਈ ਹੈ। ਪਰੰਤੂ ਮਗਰਲੀਆਂ ਖੋਜਾਂ ਦੇ ਪ੍ਰਕਾਸ਼ ਵਿੱਚ ਕਨਿੰਘਮ ਦੀ ਰਚਨਾ ਦੀ ਸੋਧ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਅਤੇ ਜਿਹੜੀ ਵਧੇਰੇ ਹੈਰਾਨੀ ਦੀ ਗੱਲ ਹੈ, ਨਾ ਹੀ ਕਿਸੇ ਨੇ ਕਨਿੰਘਮ ਦੇ ਵਰਣਨ ਤੇ ਬਿਰਤਾਂਤ ਨੂੰ ਪਹਿਲੇ ਸਿੱਖ ਯੁੱਧ ਤੋਂ ਮਗਰੋਂ ਤੇ 1846 ਪਿੱਛੋਂ ਪੰਜਾਬ ਦੇ ਅੰਸ਼ਕ ਇਲਹਾਕ ਤੋਂ ਅੱਗੇ ਇਸ ਨੂੰ ਲਿਖਣ ਦਾ ਕਾਰਜ ਆਪਣੇ ਹੱਥ ਵਿੱਚ ਲਿਆ ਹੈ। ਇਹ ਪੁਸਤਕ ਸਿੱਖ ਧਰਮ ਦੇ ਆਰੰਭ ਤੋਂ ਲੈ ਕੇ ਵਾਤਾਵਰਣ ਸਮੇਂ ਤੱਕ ਦੀ ਕਹਾਣੀ ਬਿਆਨ ਕਰਨ ਦਾ ਪਹਿਲਾ ਯਤਨ ਹੈ। ਇਹ ਗੁਰਮੁਖੀ, ਫਾਰਸੀ ਅਤੇ ਅੰਗਰੇਜ਼ੀ ਵਿੱਚ ਲਿਖੇ ਭਾਰਤ, ਪਾਕਿਸਤਾਨ, ਇੰਗਲੈਂਡ, ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਪੁਸਤਕਾਲਿਆਂ ਵਿੱਚ ਉਪਲਬਧ ਮੂਲ ਸਰੋਤਾਂ ਦੇ ਅਧਿਐਨ ਉੱਪਰ ਆਧਾਰਿਤ ਹੈ। ਇਹ ਰਚਨਾ ਸਿੱਖ ਫਿਰਕੇ ਦੇ ਗ੍ਰੇਟ ਬ੍ਰਿਟੇਨ, ਯੂਨਾਈਟਿਡ ਸਟੇਟਸ, ਕੈਨੇਡਾ, ਚੀਨ, ਮਲਾਇਆ ਦੀਆਂ ਰਿਆਸਤਾਂ, ਬਰਮਾ, ਦੱਖਣੀ ਅਤੇ ਪੂਰਬੀ ਅਫਰੀਕਾ ਭਾਵ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਫੈਲੇ ਹੋਣ ਤੇ ਬੇਗਾਨੇ ਚੁਗਿਰਦਿਆਂ ਤੇ ਵਾਤਾਵਰਣ ਵਿੱਚ ਵਰਤਮਾਨ ਯੁੱਗ ਵਿੱਚ ਪੇਸ਼ ਆ ਰਹੀਆਂ ਵੰਗਾਰਾਂ ਦਾ ਮੁਕਾਬਲਾ ਕਰਨ ਲਈ ਵੱਖ-ਵੱਖ ਢੰਗ ਦੇ ਬਿਰਤਾਂਤਾਂ ਦਾ ਵਰਣਨ ਵੀ ਕਰਦੀ ਹੈ। ਸਿੱਖਾਂ ਦੀ ਗਾਥਾ ਪੰਜਾਬੀ ਰਾਸ਼ਟਰਵਾਦ ਦੇ ਉਭਾਰ, ਪੂਰਨਤਾ ਤੇ ਪਤਨ ਦੀ ਗਾਥਾ ਹੈ। ਇਸ ਦਾ ਆਰੰਭ 15ਵੀਂ ਸਦੀ ਦੇ ਅੰਤ ਵਿੱਚ ਗੁਰੂ ਨਾਨਕ ਵੱਲੋਂ ਸਿੱਖ ਲਹਿਰ ਦੀ ਨੀਂਹ ਰੱਖਣ ਨਾਲ, ਹਿੰਦੂ ਧਰਮ ਅਤੇ ਇਸਲਾਮ ਦੀ ਸਾਂਝ ਉੱਪਰ ਬਲ ਦੇਣ ਨਾਲ ਅਤੇ ਪੰਜਾਬ ਵਿੱਚ ਵਿਹਾਰਿਕ ਤੌਰ 'ਤੇ ਇਨ੍ਹਾਂ ਦੋਹਾਂ ਧਰਮਾਂ ਦੀ ਏਕਤਾ ਦੇ ਪ੍ਰਚਾਰ ਨਾਲ ਹੁੰਦਾ ਹੈ। 17ਵੀਂ ਸਦੀ ਦੇ ਆਰੰਭ ਨਾਲ ਹੀ ਇਹ ਲਹਿਰ ਤੀਸਰੇ ਧਰਮ ਦੇ ਰੂਪ ਵਿੱਚ ਸਪਸ਼ਟ ਹੋਣ ਦਾ ਰੂਪ ਇਖਤਿਆਰ ਕਰ ਗਈ, ਜਿਸ ਵਿੱਚ ਗੁਰੂ ਨਾਨਕ ਦੇ ਸਿੱਖ ਅਤੇ ਉਸ ਦੇ ਉੱਤਰਾਧਿਕਾਰੀ ਗੁਰੂ ਸ਼ਾਮਿਲ ਸਨ। ਇਸ ਦਾ ਰਹੱਸਵਾਦ ਅਤੇ ਅਧਿਆਤਮਕ ਵਿਦਿਆ ਦਾ ਪ੍ਰਗਟਾਓ ਉਹਨਾਂ ਦੇ ਪਵਿੱਤਰ ਸ਼ਬਦਾਂ ਦੀ ਪੁਸਤਕ ਆਦਿ ਗ੍ਰੰਥ ਵਿੱਚ ਹੈ, ਜਿਸ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਹਿੰਦੂ ਮੁਸਲਮਾਨ ਸੰਤਾਂ ਭਗਤਾਂ ਦੀ ਬਾਣੀ ਸ਼ਾਮਿਲ ਹੈ। ਅਗਲੇ 100 ਸਾਲਾਂ ਵਿੱਚ ਧਾਰਮਿਕ ਵਿਕਾਸ ਦੇ ਨਾਲ-ਨਾਲ ਰਾਜਸੀ ਵਿਕਾਸ ਵੀ ਹੋਇਆ, ਜੋ ਸਿੱਖਾਂ ਦੇ ਆਖਰੀ ਗੁਰੂ ਗੋਬਿੰਦ ਸਿੰਘ ਵੱਲੋਂ ਸ਼ਸਤਰਧਾਰੀ ਹੋਣ ਦੇ ਹੁਕਮ ਨਾਲ ਸਿਖਰ 'ਤੇ ਪੁੱਜੀ। ਗੁਰੂ ਗੋਬਿੰਦ ਸਿੰਘ ਦੇ ਅਕਾਲ ਚਲਾਣੇ ਦੇ ਕੁਝ ਸਾਲਾਂ ਦੇ ਅੰਦਰ ਹੀ ਕਿਸਾਨਾਂ ਨੇ ਪੰਜਾਬ ਨੂੰ ਮੁਗਲ ਰਾਜ ਤੋਂ ਆਜ਼ਾਦ ਕਰਵਾਉਣ ਦੀ ਆਪਣੀ ਪਹਿਲੀ ਕੋਸ਼ਿਸ਼ ਕੀਤੀ। ਬੰਦਾ ਬਹਾਦਰ ਦੀ ਅਗਵਾਈ ਵਿੱਚ ਉਹ ਮੁਗਲ ਸੂਬੇਦਾਰਾਂ ਤੋਂ ਆਕੀ ਹੋ ਕੇ ਬੈਠੇ ਅਤੇ ਪੂਰੇ 7 ਸਾਲ ਬਾਦਸ਼ਾਹੀ ਫੌਜ ਨੂੰ ਨੇੜੇ ਨਾ ਢੁੱਕਣ ਦਿੱਤਾ। ਭਾਵੇਂ ਦਾ ਤੇ ਉਸ ਦੇ ਪੈਰੋਕਾਰਾਂ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਪਰ ਉਹਨਾਂ ਵੱਲੋਂ ਲਾਈ ਹੋਈ ਵਿਦਰੋਹ ਦੀ ਚਿੰਗਾਰੀ ਸੁਆਹ ਥੱਲੇ ਧੁਖਦੀ ਰਹੀ ਅਤੇ ਵਾਰ-ਵਾਰ ਸੂਬੇ ਦੇ ਵੱਖ-ਵੱਖ ਭਾਗਾਂ ਵਿੱਚ ਭਾਂਬੜ ਬਣ ਕੇ ਬਲ ਪੈਂਦੀ ਰਹੀ। ਇਸ ਤੋਂ ਪਿੱਛੋਂ ਅਹਿਮਦ ਸ਼ਾਹ ਅਬਦਾਲੀ ਦੀ ਅਗਵਾਈ ਵਿੱਚ ਉੱਤਰੀ ਭਾਰਤ ਵਿੱਚ ਅਫਗਾਨ ਦਲਾਂ ਨੇ ਮੁੜ ਹਮਲੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਪੰਜਾਬੀ ਰਾਸ਼ਟਰਵਾਦ ਦੇ ਵਿਕਾਸ ਨੂੰ ਸ਼ਕਤੀ ਅਤੇ ਹੁਲਾਰਾ ਮਿਲਿਆ। ਕਿਸਾਨਾਂ ਨੇ ਆਪਣੇ ਆਪ ਨੂੰ ਦਲ ਜਾਂ ਮਿਸਲਾਂ ਦੇ ਰੂਪ ਵਿੱਚ ਸੰਗਠਿਤ ਕਰ ਲਿਆ, ਹਮਲਾਵਰਾਂ ਨੂੰ ਪਰੇਸ਼ਾਨ ਕੀਤਾ ਅਤੇ ਅੰਤ ਵਿੱਚ ਮੁਲਕ ਵਿੱਚੋਂ ਕੱਢ ਦਿੱਤਾ। ਇਸ ਲਹਿਰ ਨੂੰ ਲਾਹੌਰ ਦੀ ਆਜ਼ਾਦੀ ਅਤੇ 1799 ਵਿੱਚ ਰਣਜੀਤ ਸਿੰਘ ਅਧੀਨ ਪੰਜਾਬ ਦੀ ਪਹਿਲੀ ਸੁਤੰਤਰ ਬਾਦਸ਼ਾਹੀ ਕਾਇਮ ਹੋਣ ਨਾਲ ਸੰਪੂਰਨਤਾ ਜਾਂ ਸਿਖਰ ਪ੍ਰਾਪਤ ਹੋਈ। ਇਹ ਅਜੀਬ ਸੰਜੋਗ ਜਾਂ ਮੇਲ ਗੁਰੂ ਨਾਨਕ ਦੇ ਧਰਮ ਪ੍ਰਚਾਰ ਅਤੇ ਜੀਵਨ ਉਦੇਸ਼ ਦੇ ਐਲਾਨ ਤੋਂ 300 ਸਾਲ ਪਿੱਛੋਂ, ਆਦਿ ਗ੍ਰੰਥ ਦੇ ਲਗਭਗ 200 ਸਾਲ ਪਿੱਛੋਂ ਅਤੇ ਗੁਰੂ ਗੋਬਿੰਦ ਸਿੰਘ ਦੇ ਸ਼ਸਤਰਬੱਧ ਹੋਣ ਦੇ ਹੁਕਮ ਤੋਂ 100 ਸਾਲ ਪਿੱਛੋਂ ਵਾਪਰਿਆ। ਰਣਜੀਤ ਸਿੰਘ ਅਧੀਨ ਪੰਜਾਬੀ ਹਮਲਿਆਂ ਦਾ ਰੁਖ ਉੱਤਰ ਭਾਰਤ ਦੇ ਪੁਰਾਣੇ ਹਮਲਾਵਰਾਂ, ਪਠਾਨਾਂ ਅਤੇ ਅਫਗਾਨਾਂ ਦੀ ਮਾਤ ਭੂਮੀ ਵੱਲ ਮੋੜਨ ਵਿੱਚ
ਸਫਲ ਹੀ ਨਹੀਂ ਹੋਏ, ਸਗੋਂ ਉਹਨਾਂ ਨੇ ਆਪਣੀ ਸ਼ਕਤੀ ਦਾ ਲੋਹਾ ਸਰਹੱਦਾਂ ਦੇ ਉੱਤਰ ਵੱਲ, ਹਿਮਾਲਿਆ ਤੋਂ ਪਾਰ, ਖੈਬਰ ਤੋਂ ਪਰੇ, ਅਫਗਾਨਿਸਤਾਨ, ਬਲੋਚਿਸਤਾਨ, ਸਿੰਧ ਅਤੇ ਉੱਤਰ ਭਾਰਤ ਵਿੱਚ ਅਵਧ ਤੱਕ ਵੀ ਮਨਵਾਇਆ। ਸਿੱਖ ਰਾਸ਼ਟਰੀ ਲਹਿਰ ਦੇ ਆਗੂ ਬਣੇ ਅਤੇ ਇਹਨਾਂ ਨੇ ਆਪਣੀ ਬੁੱਕਲ ਵਿੱਚ ਮੁੱਖ ਧਰਮਾਂ ਨੂੰ ਲੈ ਲਿਆ। ਇਹ ਪ੍ਰਾਪਤੀਆਂ ਸਮੁੱਚੇ ਪੰਜਾਬੀਆਂ, ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਦੀਆਂ ਸਭ ਦੀਆਂ ਸਨ। ਇਹ ਉਚਿਤ ਹੀ ਸੀ ਕਿ ਪੰਜਾਬੀ ਸੈਨਿਕ ਸ਼ਕਤੀ ਭਾਵ ਫੌਜ ਦੀ ਸਫਲਤਾ ਵਿੱਚ ਸਾਰੇ ਹੀ ਧਰਮ ਦੇ ਲੋਕ ਪ੍ਰਤੀਨਿਧਤਾ ਕਰਦੇ ਅਤੇ ਲਏ ਜਾਂਦੇ। ਰਣਜੀਤ ਸਿੰਘ ਦੀ ਮੌਤ ਤੋਂ ਥੋੜ੍ਹਾ ਚਿਰ ਪਿੱਛੋਂ ਕਾਬਲ ਦੀ ਵਿਜੇ ਭੇਰੀ ਸਮੇਂ ਸਿੱਖਾਂ ਦਾ ਝੰਡਾ ਬਰਦਾਰ ਇੱਕ ਪੰਜਾਬੀ ਮੁਸਲਮਾਨ ਕਰਨਲ ਬਸਾਵਾਂ ਸੀ ਅਤੇ ਉਹ ਆਦਮੀ ਜੋ ਸਿੱਖ ਝੰਡਾ 1 ਸਾਲ ਮਗਰੋਂ ਹਿਮਾਲਿਆ ਤੋਂ ਪਾਰ ਝੁਲਾ ਰਿਹਾ ਸੀ, ਉਹ ਇੱਕ ਡੋਗਰਾ ਹਿੰਦੂ ਜਰਨੈਲ ਜ਼ੋਰਾਵਰ ਸਿੰਘ ਸੀ। ਇਹ ਪਹਿਲੀ ਜਿਲਦ ਦਾ ਸਾਰ ਅਤੇ ਵਿਸ਼ਾ ਵਸਤੂ ਹੈ। ਵਿਉਂਤ ਕੀਤੀ ਦੂਸਰੀ ਜਿਲਦ ਦਾ ਪਹਿਲਾ ਭਾਗ ਹੈ। ਅਖੀਰਲੀ ਜਿਲਦ ਦੇ ਬਾਕੀ ਦੇ ਭਾਗ ਵਿੱਚ ਉਹ ਵੇਰਵਾ ਹੋਵੇਗਾ ਜਿਸ ਵਿੱਚ ਵਰਣਨ ਕੀਤਾ ਜਾਵੇਗਾ ਕਿ ਕਿਵੇਂ ਰਾਸ਼ਟਰੀ ਲਹਿਰ ਆਪਣਾ ਸਮਾਂ ਵਿਹਾ ਕੇ ਮੁੱਕ ਗਈ ਅਤੇ ਅੰਤ 1848-49 ਵਿੱਚ ਅੰਗਰੇਜ਼ਾਂ ਨਾਲ ਯੁੱਧ ਪਿੱਛੋਂ ਢਹਿ ਢੇਰੀ ਹੋ ਗਈ। ਇਸ ਨਾਲ ਇਹ ਵੀ ਦੱਸਿਆ ਜਾਵੇਗਾ ਕਿ ਸਿੱਖਾਂ ਨੇ ਆਪਣੇ ਜਨਮ ਦੇ 200 ਸਾਲਾਂ ਦੇ ਅੰਦਰ ਇੱਕ ਧਰਮ, ਦ੍ਰਿਸ਼ਟੀਕੋਣ, ਫਲਸਫਾ, ਜੀਵਨ ਢੰਗ ਉਤਪੰਨ ਕੀਤਾ ਅਤੇ ਫੈਲਾਇਆ, ਜਿਸ ਨਾਲ ਇਹਨਾਂ ਨੇ ਇੱਕ ਕੌਮ ਦਾ ਰੂਪ ਧਾਰਨ ਕਰ ਲਿਆ। ਉਹਨਾਂ ਨੂੰ ਆਪਣੀ ਪਹਿਚਾਣ ਅਤੇ ਅੱਡਰਾਪਣ ਕਾਇਮ ਰੱਖਣ ਲਈ ਵਿਨਾਸ਼ਕਾਰੀ ਸ਼ਕਤੀਆਂ ਨਾਲ ਲੜਨਾ ਵੀ ਪਿਆ। ਇਸ ਵਿੱਚ ਰਾਜਸੀ ਅਤੇ ਸਮਾਜਿਕ ਲਹਿਰ ਦਾ ਵੇਰਵਾ ਵੀ ਹੋਵੇਗਾ ਜਿਹੜੀਆਂ ਅੰਗਰੇਜ਼ੀ ਰਾਜ ਵਿੱਚ ਵਾਪਰੀਆਂ ਅਤੇ ਇਸ ਵਿੱਚ ਉਹਨਾਂ ਦੀ ਮਾਤ ਭੂਮੀ ਦੀ ਵੰਡ, ਆਜ਼ਾਦ ਭਾਰਤ ਵਿੱਚ ਉਹਨਾਂ ਦੀ ਸਥਿਤੀ, ਭਾਰਤੀ ਸੰਘ ਵਿੱਚ ਉਹਨਾਂ ਦੇ ਖੁਦ ਮੁਖਤਿਆਰ ਰਾਜ ਦੀ ਮੰਗ ਬਾਰੇ ਵੀ ਚਰਚਾ ਕੀਤੀ ਜਾਵੇਗੀ। ਭਾਗ ਪਹਿਲਾ, ਪੰਜਾਬ ਤੇ ਸਿੱਖ ਧਰਮ ਦਾ ਜਨਮ। ਕਾਂਡ ਪਹਿਲਾ, ਸਿੱਖ ਮਾਤ ਭੂਮੀ। ਪੰਜਾਬ ਗੁਆਂਢੀ ਮੁਲਕਾਂ ਤੇ ਬਾਕੀ ਦੇ ਭਾਰਤ ਤੋਂ ਇੱਕ ਵੱਖਰੀ ਭੂਗੋਲਿਕ ਇਕਾਈ ਰਿਹਾ ਹੈ। ਇਸ ਦੀ ਬਣਤਰ ਇੱਕ ਵਿਖਮ ਭੁਜ ਤਿਕੋਣ ਵਰਗੀ ਹੈ ਜੋ ਆਪਣੇ ਤਿੱਖੇ ਜਾਵੀਏ ਤੇ ਸੰਤੁਲਿਤ ਟਿਕੀ ਹੁੰਦੀ ਹੈ। ਇਸ ਦੀ ਸਭ ਤੋਂ ਛੋਟੀ ਬਾਹੀ ਉੱਤਰ ਇਹ ਹੈ ਤੇ ਮਹਾਨ ਹਿਮਾਲਿਆ ਤੋਂ ਬਣੀ ਹੋਈ ਹੈ ਜੋ ਇਸ ਨੂੰ ਤਿੱਬਤੀ ਪਠਾਰ ਨਾਲੋਂ ਵੱਖ ਕਰਦਾ ਹੈ। ਇਸ ਦੀ ਪੱਛਮੀ ਸੀਮਾ ਸਿੰਧ ਦਰਿਆ ਨੇ ਉਸ ਥਾਂ ਤੋਂ ਬਣਾਈ ਹੋਈ ਹੈ ਜਿੱਥੇ ਇਹ ਮੈਦਾਨੀ ਇਲਾਕੇ ਵਿੱਚ ਦਾਖਲ ਹੋ ਕੇ 1600 ਮੀਲ ਵਹਾਅ ਵਾਲੇ ਪਾਸੇ ਹੇਠਾਂ ਪੰਜਾਬ ਦੀਆਂ 5 ਨਦੀਆਂ ਦੇ ਸੰਗਮ ਵਾਲੇ ਸਥਾਨ ਤੇ ਜਾ ਮਿਲਦਾ ਹੈ, ਜਿਸ ਨੂੰ ਸਹੀ ਤੌਰ ਤੇ ਪੰਜਨਾਦ ਕਿਹਾ ਜਾਂਦਾ ਹੈ। ਸਿੰਧ ਦਰਿਆ ਦੇ ਲਹਿੰਦੇ ਪਾਸੇ ਹਿੰਦੂਕੁਸ਼ ਅਤੇ ਸੁਲੇਮਾਨ ਦੇ ਉੱਚੇ ਨੀਵੇਂ ਬਡੋਲ ਪਹਾੜੀ ਸਿਲਸਿਲੇ ਹਨ ਜਿਨ੍ਹਾਂ ਨੂੰ ਖੈਬਰ ਤੇ ਬੁਲਾਨ ਵਰਗੇ ਕਈ ਵੱਡੇ ਦर्रे ਅੱਡ ਕਰਦੇ ਚੀਰਦੇ ਹੋਏ ਆਰ-ਪਾਰ ਜਾਂਦੇ ਹਨ ਅਤੇ ਦੂਰ ਪਾਰ ਦੇ ਮੁਲਕਾਂ ਅਫਗਾਨਿਸਤਾਨ ਅਤੇ ਬਲੋਚਿਸਤਾਨ ਦੇ ਲੋਕਾਂ ਲਈ ਪ੍ਰਵੇਸ਼ ਦੁਆਰ ਦਾ ਕੰਮ ਕਰਦੇ ਹਨ। ਪੰਜਾਬ ਦੀ ਪੂਰਬੀ ਸੀਮਾ ਸਥਿਤੀ ਦੀ ਜਾਣਕਾਰੀ ਦੇਣ ਲਈ ਕਿਤੇ ਵੀ ਸਪਸ਼ਟ ਰੂਪ ਵਿੱਚ ਅੱਡਰੀ ਦਿਖਾਈ ਨਹੀਂ ਦਿੰਦੀ, ਪਰ ਕਰਨਾਲ ਨੇੜੇ ਇੱਕ ਸਥਾਨ ਤੇ ਜਿੱਥੇ ਜਮਨਾ ਦੱਖਣ ਪੂਰਬ ਵੱਲ ਮੁੜਦਾ ਹੈ ਉਸ ਥਾਂ ਤੋਂ ਇੱਕ ਵਿੰਗੀ ਟੇਢੀ ਦੰਦੇਦਾਰ ਰੇਖਾ ਪੰਜਨਦ ਤੱਕ ਖਿੱਚੀ ਜਾ ਸਕਦੀ ਹੈ ਜੋ ਪੰਜਾਬ ਰਾਜ ਦੀ ਸਿੰਧ ਦੇ ਮਾਰੂਥਲ ਅਤੇ ਬਾਕੀ ਦੇ ਹਿੰਦੁਸਤਾਨ ਨਾਲੋਂ ਸੀਮਾ ਨਿਸ਼ਚਿਤ ਕਰਦੀ ਹੈ। ਪੰਜਾਬ ਕੇਂਦਰ ਵਿੱਚ ਲੂਣ ਦੇ ਪਹਾੜੀ ਸਿਲਸਿਲੇ ਤੋਂ ਬਿਨਾਂ ਇੱਕ ਵਿਸ਼ਾਲ ਮੈਦਾਨ ਹੈ ਜੋ ਉੱਤਰ ਵਿੱਚ ਪਹਾੜਾਂ ਤੋਂ ਪੱਛਮ ਵੱਲ ਅਤੇ ਦੱਖਣ ਦੇ ਥਲ ਵੱਲ ਹੌਲੀ-ਹੌਲੀ ਢਲਾਣ ਬਣਾਉਂਦਾ ਹੈ। ਇਸ ਇਕਸਾਰ ਪੱਧਰੇ ਮੈਦਾਨ ਵਿੱਚ ਦੀ 6 ਵੱਡੇ ਦਰਿਆ ਸਿੰਧ, ਜਿਹਲਮ, ਚਿਨਾਬ, ਰਾਵੀ, ਬਿਆਸ ਅਤੇ ਸਤਲੁਜ ਵਗਦੇ ਹਨ। ਇਹਨਾਂ ਦਰਿਆਵਾਂ ਵਿਚਕਾਰਲੇ ਖੇਤਰ ਭਾਵ ਦੁਆਬਿਆਂ ਤੇ ਸਤਲੁਜ ਤੇ ਜਮਨਾ ਦੇ ਪੱਛਮ ਵੱਲ ਦੇ ਅੱਧੇ ਖੇਤਰ ਵਿੱਚ ਜੋ ਲੋਕ ਵਸਦੇ ਹਨ ਉਹ ਪੰਜਾਬੀ ਭਾਸ਼ਾ ਬੋਲਦੇ ਹਨ ਤੇ ਆਪਣੇ ਆਪ ਨੂੰ ਪੰਜਾਬੀ ਅਖਵਾਉਂਦੇ ਹਨ। ਇਸ ਖੇਤਰ ਵਿੱਚ ਬਹੁ ਗਿਣਤੀ ਵਿੱਚ ਵਸੇ ਸਿੱਖਾਂ ਦੀ ਮਾਤ ਭੂਮੀ ਉਹ ਦੁਆਬੇ ਹੀ ਹਨ ਜੋ ਚਿਨਾਬ ਤੇ ਜਮਨਾ ਵਿਚਕਾਰ ਹਨ। ਪੰਜਾਬ ਦਾ ਨਾਮ ਕਿਵੇਂ ਪਿਆ? ਜਦੋਂ ਆਰੀਆ ਲੋਕ ਪੰਜਾਬ ਵਿੱਚ ਆਏ ਤਾਂ ਪੰਜਾਬ ਵਿੱਚ 7 ਦਰਿਆ ਸਨ। ਇਸ ਕਰਕੇ ਉਹਨਾਂ ਨੇ 7 ਸਾਗਰਾਂ ਦੀ ਧਰਤੀ ਜਾਂ ਸਪਤ ਸਿੰਧੂ ਨਾਮ ਰੱਖਿਆ। ਈਰਾਨੀ ਲੋਕਾਂ ਨੇ ਆਰੀਆ ਵਾਲਾ ਨਾਮ ਲੈ ਕੇ ਇਸ ਨੂੰ ਹਫ਼ਤ ਹਿੰਦਵਾ ਕਿਹਾ। ਕੁਝ ਸਮੇਂ ਮਗਰੋਂ ਜਦੋਂ 7ਵਾਂ ਦਰਿਆ ਸੁੱਕ ਗਿਆ, ਲੋਕਾਂ ਨੇ ਸਿੰਧ ਨੂੰ ਗਿਣਤੀ ਵਿੱਚੋਂ ਬਾਹਰ ਰੱਖ ਕੇ ਇਸ ਦਾ ਨਾਂ ਬਾਕੀ ਦੇ 5 ਦਰਿਆਵਾਂ ਦੇ ਨਾਂ ਤੇ 5 ਦਰਿਆਵਾਂ ਦੀ ਧਰਤੀ ਜਾਂ 5 ਆਬ ਰੱਖਿਆ। ਪੌਣ ਪਾਣੀ ਤੇ ਧਰਾਤਲ।
ਪੰਜਾਬ ਦਾ ਪੌਣ ਪਾਣੀ ਸਰਦੀਆਂ ਵਿੱਚ ਸਖਤ ਠੰਡਾ ਤੇ ਗਰਮ ਰੁੱਤ ਵਿੱਚ ਲੂ ਦੇਣ ਵਾਲੀ ਗਰਮੀ ਵਾਲਾ ਹੈ। ਤਾਪਮਾਨ ਦੀ ਅੱਤ ਤੇ 2 ਵਾਰ ਮਾਨਸੂਨ ਪੌਣਾ ਦੀ ਵਰਖਾ ਕਾਰਨ ਮੌਸਮਾਂ ਦੀ ਭਿੰਨਤਾ ਹੈ ਤੇ ਭੂ ਦ੍ਰਿਸ਼ ਲਗਾਤਾਰ ਤਬਦੀਲ ਹੁੰਦਾ ਰਹਿੰਦਾ ਹੈ। ਬਸੰਤ ਰੁੱਤ ਰਵਾਇਤੀ ਤੌਰ ਤੇ ਬਸੰਤ ਪੰਚਮੀ ਨੂੰ ਆਉਂਦੀ ਹੈ, ਜੋ ਫਰਵਰੀ ਮਹੀਨੇ ਦੇ ਪਹਿਲੇ ਅੱਧ ਵਿੱਚ ਹੁੰਦੀ ਹੈ। ਇਹ ਪੰਜਾਬ ਵਿੱਚ ਖੇੜੇ ਦੀ ਰੁੱਤ ਹੁੰਦੀ ਹੈ, ਜਦੋਂ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿੱਚ ਸਭ ਕੁਝ ਖੂਬਸੂਰਤ ਹੁੰਦਾ ਹੈ। ਜੰਗਲਾਂ ਵਿੱਚ ਫੁੱਲ ਹੁੰਦੇ ਹਨ ਤੇ ਸ਼ਹਿਦ ਦੀਆਂ ਮੱਖੀਆਂ ਦੀ ਆਵਾਜ਼ ਹਰ ਥਾਂ ਸੁਣਾਈ ਦਿੰਦੀ ਹੈ। ਪੇਂਡੂ ਖੇਤਰ ਸਰੋਆਂ ਦੇ ਫੁੱਲਾਂ ਨਾਲ ਇੱਕ ਵਿਸ਼ਾਲ ਕੇਸਰੀ ਰੰਗ ਦੇ ਖੇਤਾਂ ਨਾਲ ਭਰਪੂਰ ਹੈ। ਵਿੱਚ ਹਰੇ ਕਮਾਦ ਦੇ ਬੂਟੇ ਆਪਣੇ ਕੋਮਲ ਬੁਰ ਨਾਲ ਵਿਖਾਈ ਦਿੰਦੇ ਹਨ। ਜੇ ਸਿਆਲ ਵਿੱਚ ਵਰਖਾ ਚੰਗੀ ਹੋ ਜਾਵੇ ਤਾਂ ਕਣਕ, ਜੌਂ, ਛੋਲਿਆਂ ਤੇ ਤੇਲ ਵਾਲੇ ਬੀਜਾਂ ਤੇ ਤੰਬਾਕੂ ਦੀ ਫਸਲ ਨਾਲ ਖੇਤਾਂ ਵਿੱਚ ਹਰਿਆਵਲ ਦੀ ਬਹਾਰ ਹੁੰਦੀ ਹੈ। ਕਿਸਾਨ ਬਾਰਿਸ਼ ਦੇ ਨਾਲ ਨਹਿਰੀ ਪਾਣੀ ਵੀ ਦਿੰਦੇ ਹਨ ਤੇ ਜਿੱਥੇ ਨਹਿਰਾਂ ਨਹੀਂ ਹਨ ਤਾਂ ਉੱਥੇ ਊਠਾਂ ਜਾਂ ਬਲਦਾਂ ਨੂੰ ਜੋੜ ਕੇ ਖੂਹ ਚਲਾਏ ਜਾਂਦੇ ਹਨ। ਖੂਹਾਂ ਦੇ ਨੇੜੇ ਗਾਜਰ, ਮੂਲੀ, ਫੁੱਲ ਗੋਭੀ ਅਤੇ ਬੰਦ ਗੋਭੀ ਦੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ। ਬੇਰੀ ਦੇ ਦਰਖਤਾਂ ਦੀਆਂ ਟਾਹਣੀਆਂ ਬੇਰਾਂ ਦੇ ਭਾਰਾਂ ਨਾਲ ਝੁਕੀਆਂ ਹੋਈਆਂ ਹਨ। ਬਸੰਤ ਰੁੱਤ ਵਿੱਚ ਖੂਹਾਂ ਦੇ ਚੱਲਣ ਦੀ ਆਵਾਜ਼, ਤਿੱਤਰਾਂ ਦੇ ਬੋਲ ਅਤੇ ਆਟਾ ਚੱਕੀਆਂ ਦੀ ਲਗਾਤਾਰ ਕੂ-ਕੂ ਸੁਣਾਈ ਦਿੰਦੀ ਹੈ। ਕਮਾਦ ਨੂੰ ਵੱਢ ਕੇ ਤੇ ਪੀੜ ਕੇ ਰਸ ਕੱਢਿਆ ਜਾਂਦਾ ਹੈ ਤੇ ਫਿਰ ਵੱਡੇ ਪਤੀਲੇ ਵਿੱਚ ਉਬਾਲ ਕੇ ਉਸ ਤੋਂ ਕਾਲੇ ਭੂਰੇ ਰੰਗ ਦੀਆਂ ਪੇਸੀਆਂ ਬਣਾਈਆਂ ਜਾਂਦੀਆਂ ਹਨ। ਪੀਲੇ ਰੰਗ ਦੀ ਥਾਂ ਤੇ ਹੁਣੇ ਬੀਜੀ ਕਪਾਹ ਮੱਲ ਲੈਂਦੀ ਹੈ ਤੇ ਪੱਕ ਰਹੀਆਂ ਕਣਕ ਦੀਆਂ ਸੁਨਹਿਰੀ ਬੱਲੀਆਂ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਬਹਾਰ ਰੁੱਤ ਦੀ ਥਾਂ ਤੇ ਗਰਮੀ ਆ ਗਈ ਹੈ। ਦਰਖਤਾਂ ਦੇ ਪੱਤੇ ਡਿੱਗਣ ਲੱਗਦੇ ਹਨ ਅਤੇ ਫਿਰ ਥੋੜੇ ਸਮੇਂ ਦੀ ਵਿਰਾਨਗੀ ਪਿੱਛੋਂ ਫੁੱਲ ਲੱਗਦੇ ਹਨ। ਜਦੋਂ ਗਲਮੋਹਰ ਅਜੇ ਵੀ ਧਰਤੀ ਨੂੰ ਚਮਕੀਲੇ ਬਦਾਮੀ ਪੱਤਿਆਂ ਨਾਲ ਭਰ ਰਿਹਾ ਹੁੰਦਾ ਹੈ ਤੇ ਲਾਲ ਭਾਅ ਵਾਲੇ ਕਿਰਮਚੀ ਲਾਲ ਤੇ ਸੰਤਰੀ ਫੁੱਲਾਂ ਦੀ ਬਹਾਰ ਆ ਜਾਂਦੀ ਹੈ। ਇੱਥੋਂ ਤੱਕ ਕਿ ਪੰਜਾਬ ਵਿੱਚ ਆਮ ਮਿਲਦੀ ਕੰਡਿਆਲੀ ਕਿੱਕਰ ਵੀ ਛੋਟੇ ਪੀਲੇ ਫੁੱਲਾਂ ਨਾਲ ਭਰ ਜਾਂਦੀ ਹੈ। ਹੁਣ ਨਾ ਤਾਂ ਖੂਹ ਚੱਲਦੇ ਹਨ, ਨਾ ਹੀ ਤਿੱਤਰ ਬੋਲਦੇ ਹਨ। ਉਹਨਾਂ ਦੀ ਥਾਂ ਤੇ ਅੰਬਾਂ ਦੇ ਦਰਖਤਾਂ ਦੇ ਝੁੰਡਾਂ ਵਿੱਚ ਕੋਇਲਾਂ ਕੂਕਦੀਆਂ ਹਨ ਤੇ ਬਸੰਤਾ ਪੰਛੀ ਚਹਿਕਦਾ ਹੈ। ਕਣਕ ਵੱਢ ਕੇ, ਗਾਹ ਕੇ, ਧੜੇ ਲਾ ਕੇ ਗਰਮ ਹਵਾ ਵਿੱਚ ਉਡਾਈ ਜਾਂਦੀ ਹੈ। ਗੁਰੂ ਨਾਨਕ ਦੇ ਸ਼ਬਦਾਂ ਵਿੱਚ ਸੂਰਜ ਪ੍ਰਚੰਡ ਗਰਮੀ ਵਰਾਉਂਦਾ ਹੈ। ਧਰਤੀ ਭੱਠ ਵਾਂਗ ਬਲਦੀ ਹੈ। ਪਾਣੀ ਭਾਫ ਬਣ ਕੇ ਉੱਡ ਜਾਂਦਾ ਹੈ। ਫਿਰ ਵੀ ਇਹ ਬਲਦੀ ਸੜਦੀ ਰਹਿੰਦੀ ਹੈ। ਤਾਪਮਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ। ਤਪਦੀ ਧਰਤੀ ਇੱਕ ਦੂਰ ਤੱਕ ਫੈਲੇ ਭੂਸਲੇ ਖਿੱਤੇ ਦੀ ਸ਼ਕਲ ਧਾਰਨ ਕਰ ਲੈਂਦੀ ਹੈ ਤੇ ਦੂਰ ਉਜਾੜਾਂ ਤੱਕ ਗਰਦ ਗੁਬਾਰ ਵਾਵਰੋਲੇ ਦਾ ਰੂਪ ਧਾਰ ਲੈਂਦੀ ਹੈ। ਇੱਥੋਂ ਤੱਕ ਕਿ ਹਠੀ ਪਿੱਪਲ ਤੇ ਗੁਲਾਬੀ ਫੁੱਲਾਂ ਵਾਲੇ ਇੱਕ ਖਾਸ ਕਿਸਮ ਦੇ ਦਰਖਤਾਂ ਦੇ ਪੱਤੇ ਵੀ ਝੜ ਜਾਂਦੇ ਹਨ ਤੇ ਜਿਹੜੀ ਹਰਿਆਵਲ ਦਿਖਾਈ ਦਿੰਦੀ ਹੈ ਉਹ ਅੱਕ, ਕੰਡਿਆਲੀ ਥੋਰ, ਊਠਾਂ ਦੇ ਖਾਣ ਵਾਲੇ ਪੁੱਠ ਕੰਡੇ ਦੀ ਹੀ ਹੁੰਦੀ ਹੈ। ਗਰਮੀ ਦੇ ਦਿਨਾਂ ਦੇ ਤੇਜ਼ ਝਿਲਮਿਲਾਹਟ ਦੇ ਮਿਰਗ ਛਲਾਵੇ ਪਿੱਛੋਂ ਸਖਤ ਹਨੇਰੀਆਂ ਝੁਲਦੀਆਂ ਹਨ, ਜਿਸ ਨਾਲ ਹਰ ਥਾਂ ਅਤੇ ਹਰ ਚੀਜ਼ ਤੇ ਮਿੱਟੀ ਘੱਟੇ ਦੀਆਂ ਪਰਤਾਂ ਜੰਮ ਜਾਂਦੀਆਂ ਹਨ। ਸੁਸਤੀ ਨਾਲ ਭਰਪੂਰ ਢਲਦੀਆਂ ਦੁਪਹਿਰਾਂ ਪਿੱਛੋਂ ਪਪੀਹੇ ਦੀ ਉੱਚੀ ਸੁਰ ਤੇ ਕੂਕ ਸੁਣਾਈ ਦਿੰਦੀ ਹੈ। ਚਾਂਦਨੀ ਰਾਤ ਨੂੰ ਹੰਸਣੀਆਂ ਤੀਰ ਜਿਹੇ ਸਿੱਧੇ ਤੇ ਨੁਕੀਲੇ ਆਕਾਰ ਵਿੱਚ ਆਪਣੇ ਮਾਰਗ ਤੇ ਉੱਤਰ ਵਿੱਚ ਹਿਮਾਲਿਆ ਦੀ ਬਰਫਾਨੀ ਚੋਟੀਆਂ ਵੱਲ ਕੂਕਦੇ ਤੇ ਝੂਲਦੇ ਜਾਂਦੇ ਹਨ। ਇਹ ਸੜਦਾ ਦੋਜ਼ਖ ਅਪ੍ਰੈਲ ਦੇ ਅੰਤ ਤੋਂ ਜੂਨ ਦੇ ਅੰਤ ਤੱਕ ਰਹਿੰਦਾ ਹੈ। ਫਿਰ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ। ਮਾਨਸੂਨ ਬੜੇ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਅੰਦਾਜ਼ ਨਾਲ ਆਉਂਦੀ ਹੈ। ਕੋਇਲ ਇਸ ਦੀ ਸੰਦੇਸ਼ਵਾਹਕ ਬਣ ਕੇ ਆਉਂਦੀ ਹੈ ਤੇ ਇਹ ਮਿੱਟੀ ਘੱਟੇ ਵਾਲੇ ਮੈਦਾਨਾਂ ਨੂੰ ਆਪਣੀ ਪੀੜ ਭਰੀ ਆਵਾਜ਼ ਤੇ ਕੂਕਾਂ ਨਾਲ ਭਰ ਦਿੰਦੀ ਹੈ। ਬੇਰੰਗ ਮਟਿਆਲਾ ਆਕਾਸ਼ ਅਚਾਨਕ ਹੀ ਸੰਘਣੇ ਕਾਲੇ ਬੱਦਲਾਂ ਦੀ ਵਹੀਰ ਨਾਲ ਭਰ ਜਾਂਦਾ ਹੈ। ਬਿਜਲੀ ਚਮਕਦੀ ਹੈ ਤੇ ਬੱਦਲਾਂ ਦੀ ਗੜਗੜਾਹਟ ਤੇ ਕੜਕ ਨਾਲ ਕੰਬ ਉੱਠਦੀ ਹੈ। ਪਹਿਲੀ ਵਰਖਾ ਜਾਂ ਮੋਟੀ ਕਣੀ ਦਾ ਮੀਂਹ ਮਿੱਟੀ ਵਿੱਚ ਹੀ ਸਮਾ ਜਾਂਦਾ ਹੈ ਤੇ ਧਰਤੀ ਤੋਂ ਇੱਕ ਸੁੰਦਰ ਸੁਗੰਧ ਉੱਠਦੀ ਹੈ। ਫਿਰ ਮੂਸਲਾਧਾਰ ਮੀਂਹ ਝਟੀਆਂ ਲੈ ਕੇ ਆਉਂਦਾ ਹੈ। ਝਲਾਰ ਵਾਂਗ ਕਈ ਘੰਟੇ ਵਰਦਾ ਰਹਿੰਦਾ ਹੈ। ਉਸ ਪਿੱਛੋਂ ਆਕਾਸ਼ ਵਧੇਰੇ ਕਰਕੇ ਬੱਦਲਾਂ ਨਾਲ ਭਰ ਜਾਂਦਾ ਹੈ ਅਤੇ ਫਿਰ ਸੂਰਜ ਦੀ ਧੁੱਪ ਪ੍ਰਭੁਤਾ ਲਈ ਵਾਹ ਲਾਉਂਦੀ ਹੈ ਤੇ ਫਿਰ ਵਰਖਾ ਨਾਲ ਧੋਤੇ
चित्रपट जां भू दृश ते सतरंगी पींग छा जांदी है। छुप रहा सूरज पतले बदलों नूं लाल ते उदे रंग विच रंग दिंदा है। 2 महीनों की लगातार वर्खा धरती नूं दलदल विच बदल दिंदी है। दरिया पानी नाल पूरे भर जांदे हन। गंदे पानी नाल घुमण घेरियां पाउंदे हन। पंजाबी जिन्हां नूं हर साल अंतां दी गर्मी सहारनी पैंदी है, वर्खा दे दिलदादा हन। इन्हां नूं परिवारां दे मेल अते प्रेमियां दी चोर मिलनी दी रुत मन्निया जांदा है। जिंदगी नवे सिरे तो शुरू हो जाती है। बहुत सारे रुखां नूं नवे पत्ते लगते हैं अते उजाड़ विरान बंजर धरती ते घाह उग पैंदी है। अंब पकदे ते रस जांदे हन। कोयलां दीयां कूकां ते पपीहे दे पिऊ पिऊ, अंबां दे दरख्तां दे झुंड विच पींघां झूटदियां कुड़ियां दे गीतां ते हास्यां दी गुंजार विच गुम हो जाती है। जदों वर्खा रुत खत्म हो जाती है तां फिर ठंड शुरू हो जाती है। गर्द गुबार जमीन ते बैठ जाता है अते पेंडू खेतर हरा भरा हो जाता है। ते जे गर्मी दी रुत विच वर्खा अच्छी हो जावे, ना ते इतनी थोड़ी कि औड़ लग जे ते ना ही इतनी ज्यादा कि हड़ आ जावे, तां सब ठीक ठीक रहिंदा है। धान, बाजरा, मक्की, नील अते कई किस्म दीयां दालां दी फसल बीजी जाती है। किसान रंग बरंगिया ते मावा लगियां पग्गां सिरां ते बन्नदे हन, कुड़ते पाउंदे हन जिन्हां दे सिप्पी दे बटन लगे हुंदे हन। गिट्टियां ते घुंघरू बन के ढोल दे डगे नाल भंगड़ा पाउंदे हन। अक्तूबर तो लैके नवंबर च दिवाली तक निरंतर त्योहार अते मेले आउंदे हन। किसानां लई आराम घट ही हुंदा है। कपाह भी चुगनी हुंदी है अते फिर कणक ते होर अनाज बीजण लई जमीन वाउणी हुंदी है। खूह गिड़न लगदे हन। आटा चक्कियां दी कूह कूह हर पिंड विच सुनाई दिंदी है। कणक दे खेतां विच तित्तर बोलदे सुणदे हन अते रात समय पंजाब नूं परतदियां हंसणियां दीयां आवाज़ां सुनाई दिंदियां हन। एक वार फिर सियाल दी रुत आ जाती है। तारियां भरियां रातां किक्कर वालियां ते ठंडियां हुंदियां हन। दिन नूं नीले आकाश विच सूरज दी धुप्प चमका मारदी है। सरोआं नूं फुੱਲ पै जाते हैं। वणा विच शहद दीयां मक्खियां गुणगुणाउंदियां हन अते सब अच्छा हुंदा है। पंजाब निरसंदेह एक पिंडां दा राज है, जिथे पुराने थे होए पिंडां दी थां ते गारे ते इट्टां दे बने होए हन। किसे समय उन्हां दी किलाबंदी कीती हुंदी सी। अजोके समय विच भी सरदारां दे किलियां अते पुराने किलियां दीयां बुरजदार कंधां, पिंडां दे ढट्ठे होए मलबे अते मिट्टी गोहे दे ढेरां हेठां वेखे जा सकदे। 15वीं सदी तक पंजाब विच 2 ही मशहूर शहर हुंदे सन। एक लाहौर सी जो कई हुकूमतां दी राजधानी रहा अते दूसरा शहर उसदे दक्षिण विच मुल्तान सी जो वपार दी प्रसिद्ध मंडी ते जिथे व्यापारी सिंध वल्लों दरियावां राहीं आउंदे सन अते बलोचिस्तान ते फारस तो काफले आउंदे सन। रावलपिंडी, जेहलम, वजीराबाद, गुजरात, गुजरांवाला, शेखुपुरा, सैदपुरा, पाकपटन, कसूर, सियालकोट, लुधियाना जां पाकपटन जिसदी उन्नति उस धार्मिक फिरके दे लोकप्रियता नाल जुड़ गई जिसदा ओह केंद्र सी, वर्गे होर शहर भी सन। उन्हां विशाल जंगलां विचों हुण कुਝ भी नहीं रहा जो कदी पंजाब दे बहुते भागां विच सन। 16वीं सदी विच उत्तर विच गैंडे मिलदे सन। केंद्री पंजाब विच लखी जंगल सी जिथे सिख जलावतन जो जालमां दे सताए होए हुंदे सन पनाह लिया करदे सन। जलंधर दुआब विच इतने ही संघने जंगल सन जो लुधियाने तो करनाल तक फैले हुए जंगली इलाकियां विच सन। 19वीं सदी दे अर्ध तक इन्हां जंगलां विच जंगली जानवर बब्बर शेरां, चीतियां, बाघां, रिछां, बघियाड़ां, लक्कड़ बग्गियां, जंगली सूरां, नील गऊआं ते अनेक प्रकार दे हिरनां दी भरमार हुंदी सी। यह जीव जंतु ते बनस्पति विदेशी हमलावरां दी मार तां झल गए, परंतु अंधाधुंद दरख्तां दी कटाई कारण 19वीं सदी दे वर्तमान सदी विच भाव 20वीं सदी विच जंगली जानवरां दे शिकार करन वाले शिकारियां तो यह ना बच सके। थल जिथे ऊठ अते बकरियां जिहे जानवर थोहर अते कंडियाली झाड़ियां दे पलके जिउंदे रहिंदे सन अते वधदे फुलदे हन, वर्तमान समय दा चमत्कार हन। प्राचीनता भारती ज्ञानी भारती सभ्यता दी उमर बारे
इस गल तो बिना एक मत नहीं हन कि यह दुनिया की सब तो प्राचीन सभ्यता है ਅਤੇ इस दा पंघूड़ा पंजाब सी। रावलपिंडी नेड़ियों बलौरी पत्थर दे बने हुए नेजे ते कुहाड़ियां मिलते हैं जिन्हां तो इस खेतर विच मनुखी वास की तारीख 3 ਲੱਖ साल तो 5 ਲੱਖ साल पुरानी मिथी गई है। तांबे ते कांसी दे बने हुए खेती संद भी दरिया सिंध दे दोहां किनारियां उपर टिल्लियां तो मिले हैं जो सिद्ध करते हैं कि 25,000 तो 20,000 पूर्व ईसा के दरमियान पेंडू खेतर समाज बड़ी चंगी तरह संगठित सी। फिरकियां बारे कोई जानकारी नहीं मिलती, ना ही उन्होंने सभ्यतावां कहना उचित होवेगा, परंतु असी सिंध विच मोहनजोदड़ो ते पंजाब विच हड़प्पा दे पूर्व विशेषकी निशानियां ते अवशेषां बारे तां यकीन नाल कह सकते हां जिन्हां दी खोज 1920 विच कीती गई सी। मूर्तियां, मिट्टी दे बर्तनां, गहणियां, कपड़े अते होर निशानियां ते जो उन्हां शहरां विच पक्कियां इट्टां दे इमारतां दे थेहां तो मगरों कुछ थावां तो मिले हैं। यह अनुमान लाया जा सकता है कि सिंध घाटी की सभ्यता अत्यंत उत्तम दर्जे की सभ्यता सी। ਉਹ ਬਹੁ ਮੰਜ਼ਲੇ ਘਰਾਂ ਵਿੱਚ ਰਹਿੰਦੇ ਸਨ ਜਿਨ੍ਹਾਂ ਵਿੱਚ ਸੰਗਮਰਮਰ ਦੇ ਗੁਸਲਖਾਨੇ ਸਨ ਅਤੇ ਉੱਥੋਂ ਦੇ ਸ਼ਿਲਪੀ ਐਸੀਆਂ ਵਸਤੂਆਂ ਤਿਆਰ ਕਰਦੇ ਸਨ ਜੋ ਮੈਸੋਪੋਟੇਮੀਆ ਤੱਕ ਦੂਰ ਦਰਾਜ ਥਾਵਾਂ ਤੇ ਵੇਚੀਆਂ ਜਾਂਦੀਆਂ ਸਨ ਅਤੇ ਉਹਨਾਂ ਨੇ ਇੱਕ ਅਜਿਹਾ ਧਰਮ ਵੀ ਵਿਕਸਿਤ ਕਰ ਲਿਆ ਸੀ ਜਿਸ ਅਨੁਸਾਰ ਮਾਤ ਦੇਵੀ ਅਤੇ ਉਹਦੇ ਪਤੀ ਜਾਂ ਸਾਥੀ ਪੁਰਸ਼ ਦੀ ਪੂਜਾ ਕੀਤੀ ਜਾਂਦੀ ਸੀ। ਨਾ ਤਾਂ ਇਹਨਾਂ ਥਾਵਾਂ ਤੋਂ ਮਿਲੀਆਂ ਨਿਸ਼ਾਨੀਆਂ ਤੇ ਨਾ ਹੀ ਚਿੱਤਰ ਅੱਖਰਾਂ ਦੀ ਦੂਰ ਬੋਧੀ ਲਿਪੀ ਨੇ ਅਜੇ ਤੱਕ ਉਹਨਾਂ ਬਾਰੇ ਸਾਰੇ ਰਹੱਸਮਈ ਭੇਦਾਂ ਦਾ ਪ੍ਰਗਟ ਕੀਤਾ ਹੈ। ਇਤਿਹਾਸਕਾਰ ਅਤੇ ਪੁਰਾਲੇਖਾਂ ਦੇ ਵਿਸ਼ੇਸ਼ਕ ਉੱਥੇ ਵਸਣ ਵਾਲੇ ਲੋਕਾਂ ਦੀ ਪਛਾਣ ਬਾਰੇ ਅਜੇ ਵੀ ਵਿਵਾਦਾਂ ਵਿੱਚ ਉਲਝੇ ਹੋਏ ਹਨ। ਆਮ ਪ੍ਰਭਾਵਿਤ ਵਿਚਾਰ ਇਹੋ ਹੈ ਕਿ ਇਹ ਸ਼ਹਿਰ 2500 ਪੂਰਵ ਈਸਵੀ ਤੋਂ 1500 ਪੂਰਵ ਈਸਵੀ ਤੱਕ ਘੁੱਗ ਵਸਦੇ ਸਨ ਅਤੇ ਉਹਨਾਂ ਵਿੱਚ ਆਰੀਆ ਵਸੋਂ ਪ੍ਰਸਿੱਧ ਹੋਈ ਨਸਲ ਦੇ ਲੋਕਾਂ ਨੇ ਤਬਾਹ ਕਰ ਦਿੱਤਾ ਜਿਨ੍ਹਾਂ ਨੇ ਈਸਾ ਮਸੀਹ ਦੇ ਜਨਮ ਤੋਂ 1500 ਸਾਲ ਪਹਿਲਾਂ ਪੰਜਾਬ ਤੇ ਸਿੰਧ ਵਿੱਚ ਪ੍ਰਵੇਸ਼ ਕੀਤਾ। ਆਰੀਆ ਲੋਕ ਲੰਮੇ ਕੱਦ ਤੇ ਗੋਰੇ ਰੰਗ ਦੇ ਸਨ। ਉਹਨਾਂ ਨੇ ਕਾਲੇ ਰੰਗ ਦੀ ਮੂਲ ਵਸਨੀਕਾਂ ਨੂੰ ਇੱਥੇ ਰੱਖ ਕੇ ਉੱਤਰੀ ਹਿੰਦੁਸਤਾਨ ਦੇ ਬਹੁਤ ਸਾਰੇ ਹਿੱਸੇ ਅਤੇ ਅਧਿਕਾਰ ਜਮ੍ਹਾਂ ਕਰ ਲਿਆ। ਨਵਾਰਦ ਲੋਕ ਚਰਵਾਹੇ ਸਨ। ਉਹਨਾਂ ਦਾ ਆਪਣਾ ਵੱਖਰਾ ਧਰਮ ਅਤੇ ਵੱਖਰੀ ਭਾਸ਼ਾ ਸੀ। ਉਹਨਾਂ ਦੋਹਾਂ ਦਾ ਹੀ ਆਪਣੇ ਨਿਵਾਸ ਸਥਾਨ ਵਿੱਚ ਹੋਰ ਵਧੇਰੇ ਵਿਕਾਸ ਹੋਇਆ। ਪੰਜਾਬ ਵਿੱਚ ਵੈਦਿਕ ਹਿੰਦੂ ਧਰਮ ਦਾ ਜਨਮ ਹੋਇਆ ਅਤੇ ਸੰਸਕ੍ਰਿਤ ਸਾਹਿਤ ਦੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ ਗਈ। ਆਰੀਆ ਲੋਕ ਪਿੱਛੋਂ ਕਈ ਹੋਰ ਜਾਤੀਆਂ ਦੇ ਲੋਕ ਆਏ। ਈਰਾਨੀ ਲੋਕਾਂ ਨੇ ਦਾਰਾ 521 ਤੋਂ 485 ਪੂਰਵ ਈਸਵੀ ਦੀ ਅਗਵਾਈ ਵਿੱਚ ਉੱਤਰੀ ਭਾਰਤ ਪੰਜਾਬ ਜਿੱਤ ਲਿਆ ਅਤੇ 100 ਸਾਲ ਤੋਂ ਵਧੇਰੇ ਸਮੇਂ ਲਈ ਉੱਥੋਂ ਦੇ ਉੱਤਰਾਧਿਕਾਰੀ ਪਿਸ਼ਾਵਰ, ਤਰਕਸ਼ਿਲਾ ਅਤੇ ਰਾਵਲਪਿੰਡੀ ਤੇ ਰਾਜ ਕਰਦੇ ਰਹੇ। 326 ਪੂਰਵ ਈਸਵੀ ਵਿੱਚ ਯੂਨਾਨੀ ਫੌਜ ਸਿਕੰਦਰ ਦੇ ਅਧੀਨ ਦਰਿਆ ਸਿੰਧ ਪਾਰ ਕਰਕੇ ਬਿਆਸ ਤੱਕ ਤੇਜ਼ੀ ਨਾਲ ਅੱਗੇ ਵਧ ਆਈਆਂ। ਭਾਵੇਂ ਇੱਥੇ ਰਹਿ ਰਹੇ ਯੂਨਾਨੀ ਅਤੇ ਮੌਰੀਆ ਨੇ ਸਿਕੰਦਰ ਦੀ ਮੌਤ ਤੋਂ ਥੋੜਾ ਚਿਰ ਪਿੱਛੋਂ ਸ਼ਕਤੀਆਂ ਖੋਹ ਲਈਆਂ ਪਰ ਉਹਨਾਂ ਦਾ ਪੰਜਾਬ ਦੀ ਰੂਪ ਰੇਖਾ ਤੇ ਨਹਾਰ ਉੱਤੇ ਸਦੀਵੀ ਪ੍ਰਭਾਵ ਪਿਆ। ਪਿਸ਼ਾਵਰ, ਤਕਸ਼ਿਲਾ ਤੇ ਸ਼ਾਇਦ ਕੁਝ ਹੋਰ ਸ਼ਹਿਰਾਂ ਵਿੱਚ ਯੂਨਾਨੀ ਕਲਾਕਾਰਾਂ ਨੇ ਸੰਸਾਰ ਵਿੱਚ ਮਿਲਦੀਆਂ ਸਭ ਤੋਂ ਮਹਾਨ ਅਤੇ ਉੱਤਮ ਮੂਰਤੀ ਕਲਾ ਦੀ ਰਚਨਾ ਕੀਤੀ। ਮੌਰੀਆ ਸ਼ਕਤੀਆਂ ਨੂੰ ਬਾਖਤਰੀ ਨੇ ਤਬਾਹ ਕਰ ਦਿੱਤਾ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਰਾਜਾ ਸੈਨੇਦਰ ਕੇਂਦਰੀ ਪੰਜਾਬ ਤੋਂ ਅੱਗੇ ਬਿਆਸ ਤੋਂ ਪਾਰ ਤੱਕ ਜਾ ਪਹੁੰਚਿਆ। ਬਾਖਤਰੀਆਂ ਮਗਰੋਂ ਸਿਥੀਅਨ ਜਾਤੀਆਂ ਦੇ ਲੋਕ ਆਏ ਜਿੱਥੋਂ ਹਮਲਾਵਰ ਸੈਨਾਵਾਂ ਦੀ ਉਡਾਈ ਹੋਈ ਗਰਦ ਗੁਬਾਰ ਬੈਠ ਗਈ ਅਤੇ ਮੁਲਕ ਵਿੱਚ ਸ਼ਾਂਤੀ ਹੋ ਗਈ। ਤਾਂ ਭਾਰਤੀ ਗੁਪਤਾਂ ਰਾਜਿਆਂ ਨੇ ਆਪਣਾ ਉਦਾਰ ਤੇ ਲੋਕ ਹਿਤੈਸ਼ੀ ਰਾਜ ਸਥਾਪਿਤ ਕੀਤਾ। ਕੁਝ ਸਦੀਆਂ ਲਈ ਉਹ ਪਹਾੜੀ ਦਰਿਆਂ ਨੂੰ ਰੋਕਣ ਅਤੇ ਧਾੜਵੀਆਂ ਨੂੰ ਦੂਰ ਰੱਖਣ ਵਿੱਚ ਸਫਲ ਰਹੇ। ਈਸਾ ਤੋਂ 500 ਸਾਲ ਪਿੱਛੋਂ ਮੱਧ ਏਸ਼ੀਆ ਵੱਲੋਂ ਧਾੜਵੀਆਂ ਦਾ ਦਬਾਅ ਬਹੁਤ ਵੱਧ ਗਿਆ ਅਤੇ ਇੱਕ ਵਾਰ ਫਿਰ ਮੰਗੋਲਾਂ ਅਤੇ ਹੁਣਾਂ ਦੇ ਹੜ੍ਹਾਂ ਨੇ ਬੰਦ ਦਰਵਾਜ਼ੇ ਖੋਲ੍ਹ ਲਏ। ਹੁਣਾਂ ਨੂੰ ਵਰਧਨ ਨੇ ਜਿੱਤ ਕੇ ਬਾਹਰ ਕੱਢ ਦਿੱਤਾ। ਉਹਨਾਂ ਦਾ ਪੁੱਤਰ ਹਰਸ਼ਵਰਧਨ ਪੰਜਾਬ ਦਾ ਆਖਰੀ ਮਹਾਨ ਰਾਜਾ ਸੀ। 647 ਈਸਵੀ ਵਿੱਚ ਹਰਸ਼ ਦੀ ਮੌਤ ਪਿੱਛੋਂ ਵਰਧਨ ਸਾਮਰਾਜ ਬਿਖਰ ਗਿਆ ਅਤੇ ਹਿੰਦੂਕਸ਼ ਤੇ ਸੁਲੇਮਾਨ
ਪਰਬਤਾਂ ਤੋਂ ਪਾਰ ਰਹਿਣ ਵਾਲੀਆਂ ਜਾਤਾਂ ਹਿੰਦੁਸਤਾਨ ਵਿੱਚ ਭਾਰੀ ਗਿਣਤੀ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਨਵੇਂ ਵਿਜੇਤਾ ਜੋ ਵੱਖ-ਵੱਖ ਕਬੀਲਿਆਂ ਦੇ ਸਨ, ਉਹ ਇੱਕੋ ਧਰਮ ਇਸਲਾਮ ਦੇ ਅਨੁਯਾਈ ਸਨ। 1001 ਈਸਵੀ ਵਿੱਚ ਮਹਿਮੂਦ ਗਜ਼ਨੀ ਆਇਆ। ਇਸ ਮਗਰੋਂ ਅਫਗਾਨ ਜਵਾਰ ਭਾਟੇ ਦੀਆਂ ਲਹਿਰਾਂ ਵਾਂਗ ਆਉਂਦੇ ਰਹੇ ਅਤੇ ਹਰ ਫੌਜ ਦੀ ਸਰਫ ਹਿੰਦੁਸਤਾਨ ਦੇ ਹੋਰ ਅੰਦਰ ਧੱਸਦੀ ਗਈ। ਗਜ਼ਨੀ ਮਗਰੋਂ ਗੌਰੀ, ਤੁਗਲਕ, ਸੂਰ ਅਤੇ ਲੋਧੀ ਅਫਗਾਨਾਂ ਦੇ ਹੋਰ ਕਬੀਲੇ ਆਏ। ਅਫਗਾਨ ਹਮਲਿਆਂ ਦੇ ਸਿਲਸਿਲੇ ਵਿੱਚ 1398 ਨੂੰ ਤੈਮੂਰ ਮੰਗੋਲ ਦੇ ਰੂਪ ਵਿੱਚ ਰੱਬੀ ਕਹਿਰ ਨਾਜ਼ਰ ਹੋਇਆ। ਇਸ ਹਮਲੇ ਦੇ ਮੰਦ ਪ੍ਰਭਾਵਾਂ ਤੋਂ ਉੱਤਰੀ ਭਾਰਤ ਕਈ ਸਦੀਆਂ ਤੱਕ ਸੰਭਲ ਨਾ ਸਕਿਆ। 100 ਸਾਲ ਮਗਰੋਂ ਤੈਮੂਰ ਦੇ ਇੱਕ ਵੰਸ਼ਜ ਬਾਬਰ ਨੇ ਭਾਰਤ ਵਿੱਚ ਸਾਮਰਾਜ ਕਾਇਮ ਕਰਨ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ। ਕਈ ਅਸਫਲ ਕੋਸ਼ਿਸ਼ਾਂ ਦੇ ਬਾਵਜੂਦ ਉਸਨੇ ਗੱਦੀ ਤੇ ਬੈਠੇ ਅਫਗਾਨ ਹਾਕਮ ਇਬਰਾਹਿਮ ਲੋਧੀ ਨੂੰ 1526 ਵਿੱਚ ਹਰਾ ਕੇ ਮਾਰ ਦਿੱਤਾ। ਉਸਨੇ ਫਿਰ ਚਿਰਜੀਵੀ ਅਤੇ ਸਭ ਤੋਂ ਸ਼ਕਤੀਸ਼ਾਲੀ ਵੰਸ਼ ਦਾ ਰਾਜ ਕਾਇਮ ਕਰ ਲਿਆ। ਪੰਜਾਬ ਦੇ ਲੋਕ, ਪੰਜਾਬ ਦਾ ਨਸਲੀ ਢਾਂਚਾ ਹਰ ਨਵੀਂ ਜਿੱਤ ਮਗਰੋਂ ਬਦਲ ਜਾਂਦਾ ਸੀ। 1469 ਈਸਵੀ ਵਿੱਚ ਗੁਰੂ ਨਾਨਕ ਦੇ ਜਨਮ ਸਮੇਂ ਇਹ ਇਸ ਤਰ੍ਹਾਂ ਸੀ। ਪੱਛਮ ਦੇ ਖੇਤਰ ਵਿੱਚ ਸਿੰਧ ਦਰਿਆ ਦੇ ਦੋਹਾਂ ਕਿਨਾਰਿਆਂ ਤੇ ਪਠਾਨ ਅਤੇ ਬਲੋਚ ਵਸੇ ਹੋਏ ਸਨ। ਪਠਾਨ ਦਰਿਆ ਦੇ ਉੱਤਰੀ ਪਾਟ ਵੱਲ ਅਤੇ ਬਲੋਚ ਹੇਠਲੇ ਪਾਟ ਵੱਲ ਵਸੇ ਹੋਏ ਸਨ। ਇਹ ਲੋਕ ਆਪਣੇ ਗੁਆਂਢੀਆਂ ਜਿਵੇਂ ਗਖੜਾ, ਆਵਾ ਅਤੇ ਜੰਜੂਏ ਦੇ ਹੋਰ ਵਾਂਗ ਸਿੰਧ ਅਤੇ ਜੇਹਲਮ ਵਿਚਕਾਰਲੇ ਖੇਤਰਾਂ ਵਿੱਚ ਵਸੇ ਹੋਏ ਸਨ। ਉਹ ਆਪਣੀਆਂ ਰਵਾਇਤਾਂ ਅਤੇ ਜੀਵਨ ਢੰਗ ਦੀ ਸੁਰੱਖਿਆ ਲਈ ਬੜੀ ਕੱਟੜਤਾ ਨਾਲ ਯੁੱਧ ਕਰਨ ਵਾਲੇ ਅਨੇਕਾਂ ਕਬੀਲਿਆਂ ਵਿੱਚ ਵੰਡੇ ਹੋਏ ਸਨ, ਪਰ ਉਹ ਇਸਲਾਮ ਪ੍ਰਤੀ ਵਫਾਦਾਰੀ ਵਿੱਚ ਬੜੇ ਜੋਸ਼ੀਲੇ ਅਤੇ ਇਕਮਿਕ ਸਨ। ਮੁਲਕ ਦੀ ਉੱਤਰੀ ਕੰਨੀ ਵਿੱਚ ਹਿਮਾਲਿਆ ਦੀ ਪੱਬੀ ਨਾਲ ਲੱਗਦੇ ਤੰਗ ਖੇਤਰ ਵਿੱਚ ਉਹਨਾਂ ਹਿੰਦੂ ਰਾਜ ਕੁਮਾਰਾਂ ਦਾ ਰਾਜ ਸੀ ਜੋ ਮੁਸਲਮਾਨਾਂ ਦੇ ਹਮਲੇ ਸਮੇਂ ਮੈਦਾਨਾਂ ਵਿੱਚ ਭੱਜ ਕੇ ਆ ਵਸੇ ਸਨ। ਇਹ ਅਰਧ ਪਹਾੜੀ ਖੇਤਰ ਜੋ ਪਹਾੜੀ ਨਦੀਆਂ ਤੇ ਡੂੰਘੀਆਂ ਖੱਡਾਂ ਨਾਲ ਕੱਟਿਆ ਹੋਇਆ ਸੀ ਤੇ ਜੋ ਇੱਕ ਦੂਸਰੇ ਵਿੱਚ ਉਲਝੇ ਹੋਏ ਤੇ ਦੁਰਗਮ ਦਰਖਤਾਂ ਤੇ ਭਿੰਨ ਪ੍ਰਕਾਰ ਦੀਆਂ ਝਾੜੀਆਂ ਜਿਨ੍ਹਾਂ ਨੂੰ ਲੰਘਣਾ ਔਖਾ ਹੈ ਵਾਲੇ ਜੰਗਲਾਂ ਨਾਲ ਭਰਿਆ ਹੋਇਆ ਹੈ। ਉਸ ਦੇ ਨਾਲ ਉਹਨਾਂ ਨੇ ਕਿਲਿਆਂ ਦਾ ਸਿਲਸਿਲਾ ਬਣਵਾਇਆ ਜੋ ਮੁਸਲਮਾਨਾਂ ਦੇ ਹਮਲਿਆਂ ਨੂੰ ਹੱਲੇ ਕਰਨ ਤੋਂ ਰੋਕਦਾ ਰਿਹਾ। ਇੱਥੇ ਉਹ ਆਪਣੇ ਦੇਵਤਿਆਂ ਅੱਗੇ ਧੂਪ ਦਿਖਾਉਂਦੇ ਰਹੇ ਅਤੇ ਆਪਣੇ ਅਨੇਕਾਂ ਅਸਮਾਨਤਾਵਾਦੀ ਸਮਾਜ ਦੀ ਸਲਾਮਤੀ ਅਤੇ ਸੁਰੱਖਿਆ ਕਾਇਮ ਰੱਖਦੇ ਰਹੇ, ਜਿਸ ਵਿੱਚ ਬ੍ਰਾਹਮਣਾਂ ਅਤੇ ਕਸ਼ਤਰੀ ਛੋਟੀਆਂ ਜਾਤੀਆਂ ਦਾ ਸ਼ੋਸ਼ਣ ਕਰਦੇ ਰਹੇ। ਬਾਕੀ ਦੇ ਪੰਜਾਬ ਵਿੱਚ ਜੋ ਵਿਸ਼ਾਲ ਮੈਦਾਨੀ ਇਲਾਕੇ ਤੇ ਆਧਾਰਿਤ ਹੈ ਤੇ ਜਮਨਾ ਤੇ ਉਸ ਤੋਂ ਅੱਗੇ ਤੱਕ ਫੈਲਿਆ ਹੋਇਆ ਹੈ। ਪਿੰਡਾਂ ਵਿੱਚ ਤਾਂ ਜੱਟ ਦੇ, ਰਾਜਪੂਤਾਂ ਦੇ ਕਿਸਾਨ ਕਬੀਲੇ ਵਸਦੇ ਸਨ ਅਤੇ ਸ਼ਹਿਰਾਂ ਵਿੱਚ ਮਹਾਜਨ, ਬਾਣੀਏ, ਸੂਦ ਅਤੇ ਅਰੋੜੇ ਦੁਕਾਨਦਾਰ ਤੇ ਵਪਾਰੀ ਵਸਦੇ ਸਨ। ਸਾਰੇ ਪਿੰਡਾਂ ਤੇ ਸ਼ਹਿਰਾਂ ਤੇ ਕਸਬਿਆਂ ਵਿੱਚ ਕਾਲੇ ਤੇ ਹਬਸ਼ੀ ਵਰਗੇ ਆਦਿਵਾਸੀਆਂ ਦੀ ਔਲਾਦ ਵੀ ਦਿਸਦੀ ਰਹੀ, ਜੋ ਜਾਤ-ਪਾਤ ਦੀ ਵਿਲੱਖਣਤਾ ਤੋਂ ਬਾਹਰ ਸਨ ਅਤੇ ਉਹਨਾਂ ਨੂੰ ਸਭ ਦੇ ਮਾੜੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਅਛੂਤ ਕਿਹਾ ਜਾਂਦਾ ਸੀ। ਇਹਨਾਂ ਤੋਂ ਬਿਨਾਂ ਖਾਨਾਬਦੋਸ਼ਾਂ ਜਾਂ ਟੱਪਰੀਵਾਸਾਂ ਜਿਹੇ ਲੋਕ ਵੀ ਸਨ ਜੋ ਆਪਣੇ ਗਧਿਆਂ, ਕੁੱਤਿਆਂ ਅਤੇ ਭੇਡਾਂ ਬੱਕਰੀਆਂ ਦੇ ਇੱਜੜਾਂ ਨਾਲ ਥਾਂ-ਥਾਂ ਘੁੰਮਦੇ ਫਿਰਦੇ ਸਨ। ਪੰਜਾਬੀ ਰਾਸ਼ਟਰਵਾਦ ਦਾ ਜਨਮ। ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਸਦਾ ਹੀ ਯੁੱਧਾਂ ਦਾ ਸਦੀਵੀ ਅਖਾੜਾ ਅਤੇ ਸਾਰੇ ਜੇਤੂਆਂ ਦਾ ਪਹਿਲਾ ਘਰ ਭਾਵ ਨਿਵਾਸ ਸਥਾਨ ਬਣਿਆ ਰਿਹਾ ਹੈ। ਹਮਲਾ ਕਰਨ ਵਾਲੇ ਬੜੇ ਘੱਟ ਲੋਕ ਆਪਣੇ ਨਾਲ ਆਪਣੀਆਂ ਪਤਨੀਆਂ ਲਿਆਏ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਇੱਥੇ ਹੀ ਵਸ ਗਏ ਅਤੇ ਉਹਨਾਂ ਨੇ ਸਥਾਨਕ ਇਸਤਰੀਆਂ ਨਾਲ ਵਿਆਹ ਕਰਵਾਏ। ਇਸ ਤਰ੍ਹਾਂ ਬਹੁਤ ਸਾਰੀਆਂ ਜੇਤੂ ਨਸਲਾਂ ਦਾ ਖੂਨ ਇੱਥੋਂ ਦੇ ਲੋਕਾਂ ਦੇ ਖੂਨ ਵਿੱਚ ਮਿਲ ਗਿਆ ਅਤੇ ਉਹਨਾਂ ਦੀਆਂ ਬੋਲੀਆਂ ਜਿਵੇਂ ਅਰਬੀ, ਫਾਰਸੀ, ਪਸ਼ਤੋ ਅਤੇ ਤੁਰਕੀ ਇਸ ਮੁਲਕ ਵਿੱਚ ਬੋਲੀਆਂ ਜਾਣ ਲੱਗੀਆਂ। ਆਦਿਵਾਸੀ ਕਬੀਲਿਆਂ ਦਾ ਅਧਿਆਤਮਕਵਾਦ ਦੀ ਵੇਦਾਂਤੀਆਂ, ਜੈਨੀਆਂ ਤੇ ਬੋਧੀ ਜਿਹੇ ਆਰੀਆ ਲੋਕਾਂ ਦੇ ਧਰਮਾਂ ਅਤੇ ਅਰਬਾਂ, ਤੁਰਕਾਂ, ਮੰਗੋਲਾਂ, ਇਰਾਨੀਆਂ ਅਤੇ ਅਫਗਾਨਾਂ ਜੋ ਇਸਲਾਮ ਦੇ ਪੈਰੋਕਾਰ ਸਨ ਦੇ ਪ੍ਰਭਾਵ ਹੇਠਾਂ ਆ ਗਿਆ। ਲਹੂ ਤੇ ਭਾਸ਼ਾ ਦੇ ਇਸ ਮਿਸ਼ਰਣ ਵਿੱਚ ਪੰਜਾਬੀ ਭਾਸ਼ਾ ਤੇ ਪੰਜਾਬੀ ਲੋਕਾਂ ਦਾ ਜਨਮ ਹੋਇਆ। ਇਸ ਵਿੱਚੋਂ ਇਹ ਉਮੀਦ ਨੇ ਵੀ ਜਨਮ ਲਿਆ ਕਿ ਉਹਨਾਂ ਦੇ ਪੂਰਵਜਾਂ ਦੇ ਅਨੇਕਾਂ ਧਰਮਾਂ ਵਿੱਚੋਂ ਪੰਜਾਬੀਆਂ ਦਾ ਇੱਕ ਨਵਾਂ ਧਰਮ ਜਨਮ ਲਵੇਗਾ। 15ਵੀਂ ਸਦੀ ਦੇ ਅੰਤ ਤੱਕ
जो ਵੱਖ-ਵੱਖ ਨਸਲਾਂ ਪੰਜਾਬ ਵਿੱਚ ਆਈਆਂ ਉਹ ਆਪਣੀ ਜਨਮ ਭੂਮੀ ਦੀ ਉਦਰੇਵੇਂ ਭਰੀਆਂ ਯਾਦਾਂ ਭੁਲਾ ਚੁੱਕੇ ਸਨ ਅਤੇ ਉਹਨਾਂ ਦਾ ਆਪਣੇ ਨਵੇਂ अपनाए देश नाल मोह पै गया। पंजाबी चेतना दे विकास दा मुख कारण भाषावां दे रौले गौले अते इकट्ठ दे एक सांझी भाषा दा होना सी। भावें पंजाबी बड़ी कट्टरता नाल हिंदुआं ते मुसलमानां विच वंडे होए सन, पर दोहां धर्मां विच सुलह सफाई ते मेल मिलाप दे अनेकां यतन कीते गए, जिस नाल लोकां विच जिउणे दी अते जिउंदे रहण दी आग्या देण दी चाह ने जन्म लिया। गुरु नानक ते उस दे 9 उत्तराधिकारियों ने पंजाब विच सहनशीलता की भावना पैदा करन अते पंजाबी राष्ट्रवाद की शक्ल विच एक सकारात्मक तत्त नूं जन्म दिता। यह महत्वपूर्ण है कि पंजाबी राष्ट्रवाद पहल माझे विच प्रगट होया, जिहड़ा पंजाब दे विचकार भाव केंद्र विच है। यह लोग धरती नाल पूरी तरह जुड़े हुए सन, भावें यह लहर दे बानी अते कई आगू जिमीदार नहीं सन, परंतु केंद्री मैदानां विच जट किसान ही इस दी रीढ़ दी हड्डी सन। जट शब्द की निरुक्ति दे उतने ही अनुमान ते धरावां हन जितने इस जाति दे मुढ़ले बारे हन। यह हुण आम ही प्रमाण किया जाता है कि जेड़े जाटां ने पंजाब नूं अपना निवास स्थान बनाया वो आर्य नस्ल दे सन। ਉਹ ਆਪਣੇ ਨਾਲ कई संस्थावां लियाए, जिन्हां विचों वड्डियां दी चुनी हुई संस्था पंचायत सी, जिस प्रति ਉਹ लोग वफादारी दा प्रमाण लैंदे सन। हर जट पिंड एक लघु गणतंत्र सी, जिस विच सब एक खून दे रिश्ते नाल बज्जे हुए सन। ਉਹ बराबरी बारे सुचेत सन, क्योंकि ਉਹ उन्हां दूसरियां जातां जिवें जुलाहियां, कुम्हारां, मोचियां ते भंगियां नालों उत्तम ते श्रेष्ठ सन। एक जट पिंड दा संबंध सरकार नाल भी अर्ध सुतंत्रता वाला सी अते ओह निर्धारित मालिया ही दिंदे सन। बहुत थोड़ियां हुकूमतां ने वधेरे अधिकार दी वरतन दी कोशिश कीती अते जिन्हां ने अजिहा कीता उन्हां नूं छेती ही पता लग गया कि मोर्चाबंदी कीते होए पिंडां विच अजिहा फौज भेजण दा कोई लाभ नहीं सी। आज़ादी ते बराबरी दी भावना वाली जट आत्मा ने कदी भी ब्राह्मणी हिंदू धर्म की सरदारी प्रवान नहीं की ते इस कारण इन्हां नूं गंगा दे मैदानां दे विशेष अधिकारित ब्राह्मणां वल्लों फिटकार ते ताड़ना मिली। उन्हां ने ऐलान कर दिता कि आर्या लोग पंजाब विच 2 दिनां तो वधेरे ना ठहरन, क्योंकि उन्हां ने पंडितां अते पुजारियां दे आदेश मनण तो इनकार कर दिता है। उच्ची जातां दे हिंदुआं वल्लों जट्टां दी नखेदी वाला जट अपनी नज़रां विच कदे ना डिगे अते ना ही ब्राह्मण अते क्षत्रियां नूं जट्टां ने उत्तम मन्निया। इस दे उल्ट जट ने ब्राह्मण प्रति यह धारणा बनाई कि ओह एक जोतशी, मंगते अते क्षत्री नालों थोड़ा जिहा बेहतर है अते ओह हक दी कमाई तो घृणा करदा है अते मुफ्त खोरा होण करके अभिमान करदा है। जट जमांदरू ही एक कामा ते योद्धा है। उसने अपने घर की राखी लई क्षत्रियां नालों ज़्यादा लड़ाइयां लड़ियां, क्योंकि क्षत्रियां दे मुकाबले अते ओह अपने पिंडां विचों हमलावरां दे आउण ते कदे भज के नहीं गया अते कदे किसे जट दा जेतू धाड़वी ने हिंदुस्तान उपर हमला करन समय अपमान कीता ते जे कदे उन्हां दियां इस्त्रियां नाल छेड़छाड़ कीती तां उन्हां ने धाड़वियां दी वापसी समय उन्हां दा लुट के लिआंदा समान खो लिया अते बंदी बनाईयां इस्त्रियां नूं छुड़ा लिया। पंजाबी जट ने एक निर्लेपता दा वतीरा धारण कीता अते मुश्किलां वेले जान दी बाजी ला दित्ती। इस दे नाल ही ओह हिंदुस्तान दी रखिया लई अपनी भूमिका ते योगदान बारे सावधान भी रहा। उसदी देश भगती विदेशां प्रति एक दम वैर भावना वाली अते अपने देश वासियों प्रति कृपालता वाली अते नफरत वाली भी सी, जो कि उस दे हौसले ते शक्ति ते निर्भर करदी सन। कांड दूजा, सिख धर्म दा जन्म। हर नवी धार्मिक लहर विद्वान धर्मां विचों ही जन्म लैंदी है अते आकार ग्रहण करदी है अते संतान वांग ही समानता रखदी है। सिख धर्म ने हिंदू धर्म
ਤੇ ਇਸਲਾਮ ਦੇ ਸੁਮੇਲ ਅਤੇ ਗੱਠਜੋੜ ਵਿੱਚੋਂ ਉਸ ਸਮੇਂ ਜਨਮ ਲਿਆ ਜਦ ਉਹ ਇੱਕ ਦੂਸਰੇ ਨੂੰ 900 ਸਾਲਾਂ ਦੇ ਸਮੇਂ ਤੋਂ ਜਾਣਦੇ ਸਨ। ਪਰ ਜਨਮ ਲੈਣ ਤੋਂ ਪਿੱਛੋਂ ਇਸ ਦੀ ਆਪਣੀ ਵੱਖਰੀ ਹੋਂਦ ਵਿਕਸਿਤ ਹੋਣ ਲੱਗੀ ਅਤੇ ਫਿਰ ਸਮਾਂ ਪੈਣ ਤੇ ਇਹ ਇੱਕ ਅਜਿਹੇ ਧਰਮ ਦੇ ਰੂਪ ਵਿੱਚ ਫੈਲਿਆ ਜਿਸ ਵਿੱਚ ਕੁਝ ਸਮਾਨਤਾਵਾਂ ਹਿੰਦੂ ਧਰਮ ਨਾਲ ਸੀ ਅਤੇ ਕੁਝ ਇਸਲਾਮ ਨਾਲ, ਪਰ ਇਸ ਦੀ ਕੁਝ ਵਿਸ਼ੇਸ਼ਤਾ ਅਤੇ ਨਕਸ਼ ਨੁਹਾਰ ਅਜਿਹੇ ਸਨ ਜੋ ਕਿਸੇ ਨਾਲ ਸਮਾਨਤਾ ਨਹੀਂ ਰੱਖਦੇ ਸਨ। ਸਿੱਖ ਧਰਮ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਵਿਸ਼ਵ ਦੀ ਧਾਰਮਿਕ ਵਿਚਾਰਧਾਰਾ ਵਿੱਚ ਇਸ ਦਾ ਯੋਗਦਾਨ ਜਾਣਨ ਲਈ ਸਾਨੂੰ ਪ੍ਰਾਚੀਨ ਕਾਲ ਦੇ ਹਿੰਦੂ ਧਰਮ, ਇਸ ਦੀ ਮੁਸਲਮਾਨੀ ਹਮਲਿਆਂ ਬਾਰੇ ਪ੍ਰਤੀਕਿਰਿਆ ਅਤੇ ਇਸਲਾਮ ਦੀ ਚੁਣੌਤੀ ਦਾ ਟਾਕਰਾ ਕਰਨ ਲਈ ਆਪਣੇ ਸਿਧਾਂਤਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਅਤੇ ਕੀਤੇ ਗਏ ਸਮਝੌਤਿਆਂ ਬਾਰੇ ਪ੍ਰਚਲਿਤ ਹੋਣਾ ਆਵਸ਼ਕ ਹੈ। ਸਾਨੂੰ ਇਸਲਾਮ ਦੇ ਵਿਕਾਸ ਬਾਰੇ ਵੀ ਕੁਝ ਜਾਣਨਾ ਚਾਹੀਦਾ ਹੈ। ਇਹ ਕਿਸ ਤਰ੍ਹਾਂ ਮਾਰੂਥਲੀ ਨਿਵਾਸ ਅਸਥਾਨ ਅਰਬ ਵਿੱਚੋਂ ਪੈਦਾ ਹੋਇਆ ਅਤੇ ਪਿੱਛੋਂ ਇਸਨੇ ਵਤਨੋਂ ਦੂਰ ਲੰਮਾ ਪੈਂਡਾ ਮਾਰ ਕੇ ਭਾਰਤ ਵਿੱਚ ਆ ਵਸਿਆ। ਫਿਰ ਸਾਨੂੰ ਪਤਾ ਲੱਗੇਗਾ ਕਿ ਦੋਹਾਂ ਧਰਮਾਂ ਨੇ ਕਿਵੇਂ ਇੱਕ ਦੂਸਰੇ ਵੱਲ ਦੋਸਤੀ ਦਾ ਹੱਥ ਵਧਾਇਆ ਅਤੇ ਅਮਨ ਚੈਨ ਨਾਲ ਚੰਗੇ ਗੁਆਂਢੀਆਂ ਵਾਂਗ ਇਕੱਠੇ ਰਹਿਣ ਦੀ ਸਿਧਾਂਤ ਉਤਪੰਨ ਕੀਤੇ। ਹਿੰਦੂ ਧਰਮ ਦਾ ਪਿਛੋਕੜ। ਹਿੰਦੂ ਧਰਮ ਦੀ ਠੀਕ ਅਤੇ ਪੂਰੀ ਸੁਨਿਸ਼ਚਿਤਤਾ ਨਾਲ ਪਰਿਭਾਸ਼ਾ ਕਰਨੀ ਮੁਸ਼ਕਿਲ ਹੈ। ਕਈਆਂ ਅਨੁਸਾਰ ਹਿੰਦੂ ਧਰਮ ਬਿਨਾਂ ਕਿਸੇ ਵਿਸ਼ੇਸ਼ ਵਸਤੂ ਸਮੱਗਰੀ ਦੇ ਇੱਕ ਨਾਮ ਹੀ ਹੈ। ਕੀ ਇਹ ਵਿਸ਼ਵਾਸਾਂ ਦਾ ਸੰਗ੍ਰਹਿਲਾ ਹੈ ਜਾਂ ਰਸਮਾਂ ਰੀਤਾਂ ਦਾ ਮਿਲਗੋਬਾ ਜਾਂ ਕਿਸੇ ਵਿਸ਼ੇਸ਼ ਭੂਗੋਲਿਕ ਪ੍ਰਗਟਾਵਾ ਲਈ ਕੇਵਲ ਇੱਕ ਮਾਨਚਿੱਤਰ ਹੀ ਹੈ? ਇਸ ਦਾ ਅੰਸ਼ ਜਾਂ ਮੂਲ ਤੱਤ ਜੇ ਕੋਈ ਹੈ ਤਾਂ ਹਰ ਯੁੱਗ ਵਿੱਚ ਹਰ ਸੰਗਠਨ ਵਿੱਚ ਬਦਲਦਾ ਰਹਿੰਦਾ ਹੈ। ਵੈਦਿਕ ਯੁੱਗ ਵਿੱਚ ਇਸ ਦਾ ਅਰਥ ਹੋਰ ਸੀ, ਬ੍ਰਾਹਮਣੀ ਯੁੱਗ ਵਿੱਚ ਹੋਰ ਅਤੇ ਮਹਾਕਾਵਿਕ ਕਾਲ ਵਿੱਚ ਹੋਰ। ਸ਼ਿਵ ਦੇ ਉਪਾਸਕਾਂ ਲਈ ਇਹ ਹੋਰ ਹੈ, ਵੈਸ਼ਨਵ ਲਈ ਹੋਰ ਅਤੇ ਸ਼ਾਸਕ ਲਈ ਹੋਰ। ਹਿੰਦੂ ਧਰਮ ਕੀ ਹੈ? ਇਹ ਇੱਕ ਐਸਾ ਸਵਾਲ ਹੈ ਜਿਸ ਦਾ ਸਰਲ ਅਤੇ ਆਮ ਸਮਝ ਵਿੱਚ ਆ ਸਕਣ ਵਾਲਾ ਉੱਤਰ ਦੇਣ ਦੀ ਸਮਰੱਥਾ ਕਿਸੇ ਵਿੱਚ ਨਹੀਂ। ਐਸਾ ਕੋਈ ਮਤ ਨਹੀਂ ਜੋ ਇਸ ਦੇ ਸਿਧਾਂਤਾਂ ਤੇ ਵਿਸ਼ਵਾਸਾਂ ਦਾ ਅਧਿਕਾਰਪੂਰਨ ਸਾਰ ਦੱਸ ਸਕੇ। ਇਸ ਦੀ ਰਚਨਾ ਕਰਨ ਲਈ ਕੋਈ ਇਤਿਹਾਸਿਕ ਸ਼ਖਸੀਅਤ ਵੀ ਨਹੀਂ ਜਿਸ ਦੇ ਜੀਵਨ ਤੋਂ ਇਸ ਧਰਮ ਦੇ ਸੰਬੰਧ ਜਾਂ ਆਰੰਭ ਬਾਰੇ ਜਾਣਕਾਰੀ ਮਿਲ ਸਕੇ। ਇਸ ਨੂੰ ਧਰਮ ਕਹਿਣ ਦੀ ਥਾਂ ਤੇ ਧਰਮਾਂ ਦਾ ਮਹਾਨ ਕੋਸ਼ ਕਿਹਾ ਜਾ ਸਕਦਾ ਹੈ। ਇਹ ਮੋਟੇ ਤੌਰ ਤੇ ਸਮਝੇ ਜਾਣ ਵਾਲਾ ਵਿਰੋਧੀ ਵਿਚਾਰਾਂ ਦੇ ਰੀਤਾਂ ਦਾ ਸੰਗ੍ਰਹਿ ਹੈ ਜਿਸ ਨੂੰ ਕੁਝ ਖਾਸ ਵਿਚਾਰਾਂ ਤੇ ਸਮਾਜਿਕ ਨੇਮਾਂ ਨੇ ਇੱਕ ਸੂਤਰ ਵਿੱਚ ਪਰੋ ਰੱਖਿਆ ਹੈ। ਇੱਕ ਤਾਂ ਇਸ ਦੇ ਦੇਵੀ ਦੇਵਤਿਆਂ ਅਤੇ ਦਿਵਾਲੇ ਤੇ ਉਹਨਾਂ ਨਾਲ ਜੁੜੀਆਂ ਕਥਾਵਾਂ ਹਨ, ਦੂਸਰਾ ਇਸ ਦਾ ਜਾਤ ਪਾਤ ਦੀ ਵਿਵਸਥਾ ਦਾ ਸਮਾਜਿਕ ਢਾਂਚਾ ਹੈ ਅਤੇ ਤੀਸਰਾ ਸੰਸਕ੍ਰਿਤ ਵਿੱਚ ਲਿਖੀ ਉੱਤਮ ਕਵਿਤਾ ਤੇ ਦਰਸ਼ਨ ਹੈ। ਪਹਿਲੇ ਦੋ ਤਾਂ ਆਰੀਆ ਲੋਕਾਂ ਦਾ ਆਦਿਵਾਸੀ ਲੋਕਾਂ ਨੇ ਉਹਨਾਂ ਦੀ ਸੱਭਿਆਚਾਰ ਉੱਪਰ ਪਏ ਸਿੱਧੇ ਪ੍ਰਭਾਵਾਂ ਦਾ ਸਿੱਟਾ ਸਨ। ਤੀਸਰਾ ਪ੍ਰਭਾਵ ਆਰੀਆ ਤੇ ਉਸ ਗਿਆਨ ਦਾ ਹੈ ਜੋ ਆਰੀਆ ਲੋਕਾਂ ਦੇ ਮੂਲ ਸਥਾਨ ਤੋਂ ਉਹਨਾਂ ਨਾਲ ਹੀ ਆਇਆ, ਬਹੁਤਾ ਭਾਰਤ ਵਿੱਚ ਆਉਣ ਪਿੱਛੋਂ ਪੈਦਾ ਹੋਇਆ। ਪ੍ਰਤੀਤ ਹੁੰਦਾ ਹੈ ਕਿ ਜਦੋਂ ਆਰੀਆ ਲੋਕ ਇੱਥੇ ਆਏ ਸਨ ਤਾਂ ਉੱਤਰੀ ਭਾਰਤ ਦੇ ਮੂਲ ਵਾਸੀਆਂ ਦਾ ਕੋਈ ਆਪਣਾ ਨਿਸ਼ਚਿਤ ਧਰਮ ਨਹੀਂ ਸੀ। ਉਹ ਭਾਂਤ-ਭਾਂਤ ਦੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਜੋ ਆਮ ਤੌਰ ਤੇ ਉਹਨਾਂ ਦੇ ਚਿੰਨ੍ਹ ਸਨ ਜਿਨ੍ਹਾਂ ਤੋਂ ਉਹ ਭੈਭੀਤ ਸਨ। ਉਹ ਰਿੰਗਣ ਵਾਲੇ ਜੀਵ, ਸੱਪ, ਕਿਰਲੀ ਆਦਿ ਜਾਨਵਰਾਂ ਦੀਆਂ ਮੂਰਤੀਆਂ ਅੱਗੇ ਬਲੀ ਦਿੰਦੇ ਸਨ, ਹਵਨ ਕਰਦੇ ਸਨ ਅਤੇ ਸ਼ੀਤਲਾ ਤੇ ਪਲੇਗ ਜਿਹੀਆਂ ਮਹਾਮਾਰੀਆਂ ਨੂੰ ਪ੍ਰਸੰਨ ਕਰਨ ਲਈ ਆਰਾਧਨਾ ਕਰਦੇ ਸਨ। ਆਰੀਆ ਲੋਕ ਕੁਦਰਤੀ ਸੁੰਦਰਤਾ ਦੇ ਪੁਜਾਰੀ ਸਨ। ਉਹ ਆਕਾਸ਼, ਚੜ੍ਹਦੇ ਸੂਰਜ, ਬੱਦਲਾਂ ਦੀ ਗੱਜ, ਬਿਜਲੀ ਦੀ ਉਪਮਾ ਮਹਿਮਾ ਵਿੱਚ ਭਜਨ ਗਾਉਂਦੇ ਸਨ ਅਤੇ ਪੂਰਨਿਮਾ ਦੇ ਚੰਨ ਨੂੰ ਸੋਮ ਰਸ ਦੇ ਕਟੋਰੇ ਭਰ ਭਰ ਕੇ ਅਰਗ ਚੜਾਉਂਦੇ ਸਨ। ਨਿਰਜੀਵੀ ਪਦਾਰਥਾਂ ਵਿੱਚ ਵੀ ਆਤਮਾ ਦੀ ਹੋਂਦ ਮੰਨਣਾ ਅਤੇ ਭੈ ਕਾਰਨ ਵਿਸ਼ਵਾਸ ਅਤੇ ਕੁਦਰਤ ਪ੍ਰੇਮੀ ਦੇ ਆਨੰਦ ਵਿੱਚ ਵਿਸ਼ਵਾਸ ਚੋਂ ਹੀ ਹਿੰਦੂ ਦੇਵਤਾਵਾਦ ਦਾ ਜਨਮ ਹੋਇਆ। ਆਦਿਵਾਸੀਆਂ ਦੇ ਦੇਵਤੇ ਜਾਂ ਤਾਂ ਗੁਮਨਾਮੀ ਵਿੱਚ ਸੁੱਟ ਦਿੱਤੇ ਗਏ ਜਾਂ ਉਹ ਤਬਦੀਲੀ ਵਿੱਚੋਂ ਲੰਘਦੇ ਹੋਏ ਪੈਦਾ ਕਰਨ ਵਾਲੇ, ਪਾਲਣਾ ਕਰਨ ਵਾਲੇ ਅਤੇ ਵਿਨਾਸ਼ ਕਰਨ ਵਾਲੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਅਤੇ ਪਰਮਾਤਮਾ ਦੇ ਰੂਪ ਵਿੱਚ ਪ੍ਰਗਟ ਹੋਏ ਜਿਸ ਨੂੰ ਈਸ਼ਵਰ ਕਿਹਾ ਗਿਆ। ਇਸ ਤਰ੍ਹਾਂ ਦੇਵਤਾਵਾਦ ਜਾਂ ਬਹੁਤ ਦੇਵ ਪੂਜਾ ਤੋਂ ਇਹ ਵਿਚਾਰ ਪੈਦਾ ਹੋਇਆ ਕਿ ਪੈਦਾ ਕਰਨ ਦਾ ਵੀ, ਪਾਲਣਾ ਕਰਨ ਵਾਲੀ ਅਤੇ ਮਾਰਨ ਵਾਲੀ ਸ਼ਕਤੀ ਦਾ ਵਾਸ ਇੱਕ ਪ੍ਰਭੂ ਵਿੱਚ ਹੀ ਹੈ।
ਆਰੀਆ ਦੇ ਭਾਰਤ ਵਿੱਚ ਵਸਣ ਅਤੇ ਨਿਵੇਸ਼ ਦੇ ਇੱਕ ਹੋਰ ਪ੍ਰਭਾਵ ਵਜੋਂ ਜਾਤ ਪਾਤ ਦਾ ਜਨਮ ਹੋਇਆ। ਲੰਮੇ ਗੋਰੇ ਅਤੇ ਨੀਲੀਆਂ ਅੱਖਾਂ ਵਾਲੇ ਹਮਲਾਵਰਾਂ ਨੇ ਇਸ ਪ੍ਰਣਾਲੀ ਦੀ ਵਿਉਂਤ ਆਪਣੀ ਨਸਲ ਅਤੇ ਜਾਤੀ ਦੀ ਸ਼ੁੱਧਤਾ ਕਾਇਮ ਰੱਖਣ ਲਈ ਅਤੇ ਕਾਲੇ ਰੰਗ ਦੇ ਮੂਲ ਵਸਨੀਕਾਂ ਨੂੰ ਆਪਣੇ ਅਧੀਨ ਰੱਖਣ ਲਈ ਬਣਾਈ। ਜਿਨ੍ਹਾਂ ਵਿੱਚ ਆ ਕੇ ਉਹ ਰਹਿਣ ਲੱਗੇ ਸਨ, ਉਹਨਾਂ ਨੇ ਲੋਕਾਂ ਨੂੰ 4 ਭਾਗਾਂ ਵਿੱਚ ਉਹਨਾਂ ਦੀ ਨਸਲੀ ਸ਼ੁੱਧਤਾ ਅਨੁਸਾਰ ਵੰਡਿਆ ਅਤੇ ਵੱਖ-ਵੱਖ ਕੰਮ ਸੌਂਪ ਦਿੱਤੇ। ਸੁਭਾਵਿਕ ਤੌਰ ਤੇ ਸਭ ਤੋਂ ਉੱਪਰ ਇਸ ਅਵਸਥਾ ਨੂੰ ਜਨਮ ਦੇਣ ਵਾਲੇ ਬ੍ਰਾਹਮਣ ਸਨ। ਉਹਨਾਂ ਨੇ ਆਪਣੇ ਲਈ ਪੁਜਾਰੀ ਦੀ ਪਦਵੀ ਰਾਖਵੀਂ ਰੱਖ ਲਈ, ਜੋ ਗਿਆਨ ਵੰਡਦੇ ਸਨ ਅਤੇ ਪਵਿੱਤਰ ਧਰਮ ਪੁਸਤਕਾਂ ਦਾ ਅਧਿਐਨ ਕਰਦੇ ਸਨ। ਉਹਨਾਂ ਤੋਂ ਮਗਰ ਕਸ਼ਤਰੀ ਜਾਂ ਜੰਗ ਲੜਨ ਵਾਲੇ ਯੋਧੇ ਸਨ, ਜਿਨ੍ਹਾਂ ਦੇ ਜਿੰਮੇ ਦੇਸ਼ ਦੀ ਰੱਖਿਆ ਕਰਨ ਦਾ ਕੰਮ ਸੀ। ਉਹਨਾਂ ਪਿੱਛੋਂ ਵੈਸ਼ ਜਾਂ ਵਪਾਰੀ ਅਤੇ ਸਭ ਤੋਂ ਹੇਠਾਂ ਸ਼ੂਦਰ ਸਨ, ਜੋ ਮਜ਼ਦੂਰ ਜਾਂ ਕਿਰਤੀ ਸਨ। ਮੂਲ ਆਦਿ ਨਿਵਾਸੀਆਂ ਦੇ ਕੋਈ ਸਮਾਜਿਕ ਅਧਿਕਾਰ ਨਹੀਂ ਸਨ। ਉਹਨਾਂ ਨੂੰ ਜੰਗਲ ਵਿੱਚ ਧੱਕ ਦਿੱਤਾ ਗਿਆ ਜਾਂ ਗੰਦੇ ਕੰਮ ਕਰਾਉਣ ਲਈ ਰੱਖਿਆ ਗਿਆ। ਉਹਨਾਂ ਨੂੰ ਪਿੱਛਲ ਮੋਰੀ ਰਾਹੀਂ ਵਿੱਚ ਆ ਰਲਣ ਤੋਂ ਰੋਕਣ ਲਈ ਉਸ ਨੂੰ ਅਛੂਤ ਬਣਾ ਦਿੱਤਾ ਗਿਆ, ਜਿਸ ਦੇ ਛੋਹਣ ਨਾਲ ਹੀ ਵਿਅਕਤੀ ਪਿੱਟਿਆ ਜਾਂਦਾ ਸੀ। ਜਾਤ ਪਾਤ ਦੇ ਪ੍ਰਬੰਧ ਨੂੰ ਹੀ ਉਚਿਤ ਤੌਰ ਤੇ ਬ੍ਰਾਹਮਣੀ ਹਿੰਦੂ ਧਰਮ ਕਿਹਾ ਜਾਂਦਾ ਹੈ, ਕਿਉਂਕਿ ਉਹ ਬ੍ਰਾਹਮਣ ਹੀ ਸੀ ਜਿਸ ਨੇ ਸਮਾਜਿਕ ਵਿਵਸਥਾ ਦੇ ਨੇਮ ਦਾ ਇਹ ਢਾਂਚਾ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਬਣਾਇਆ। ਹਿੰਦੂ ਧਰਮ ਦਾ ਸਭ ਤੋਂ ਮਹੱਤਵਪੂਰਨ ਅੰਗ ਨਾ ਤਾਂ ਇਸ ਦੇ ਦੇਵਤਾ ਗੁਣ ਸਨ ਅਤੇ ਨਾ ਹੀ ਇਸ ਦੀ ਸਮਾਜਿਕ ਵਿਵਸਥਾ। ਇਸ ਦਾ ਮਹੱਤਵਪੂਰਨ ਅੰਗ ਤਾਂ ਵੇਦਾਂ ਦੀ ਬਾਣੀ ਅਤੇ ਦਰਸ਼ਨ ਅਤੇ ਉਹਨਾਂ ਉੱਪਰ ਲਿਖੀਆਂ ਗਈ ਵਿਆਖਿਆ ਹੈ। ਜਦੋਂ ਦੇਵਤਿਆਂ ਦੀ ਮਹੱਤਤਾ ਅਤੇ ਸਥਾਨ ਵੱਧਦਾ ਘਟਦਾ ਰਿਹਾ ਅਤੇ ਜਾਤ ਪਾਤ ਤੇ ਸਮਾਜ ਦੇ ਢਾਂਚੇ ਜਾਂ ਬਣਤਰ ਦੀ ਆਲੋਚਨਾ ਕੀਤੀ ਜਾਂਦੀ ਰਹੀ ਹੈ, ਇਸ ਨੂੰ ਭੰਡਿਆ ਗਿਆ ਹੈ। ਪਰ ਪਵਿੱਤਰ ਧਰਮ ਪੁਸਤਕ ਅਖੰਡ ਅਤੇ ਪਵਿੱਤਰ ਮੰਨੀਆਂ ਜਾਂਦੀਆਂ ਰਹੀਆਂ। ਹਿੰਦੂ ਸਮਾਜ ਨੂੰ ਵੇਦਾਂ ਨੇ ਅਧਿਆਤਮਿਕ ਸਹਾਰਾ ਦਿੱਤਾ, ਉਪਨਿਸ਼ਦਾਂ ਤੋਂ ਤਰਕ ਦਾ ਦਰਸ਼ਨ ਮਿਲਿਆ ਅਤੇ ਮਹਾਕਾਵ ਗ੍ਰੰਥਾਂ ਤੋਂ ਨੈਤਿਕ ਵਿਹਾਰ ਦੇ ਨੇਮ ਮਿਲੇ। ਇਹਨਾਂ ਗ੍ਰੰਥਾਂ ਨੇ ਹਿੰਦੂ ਧਰਮ ਨੂੰ ਜੈਨ ਧਰਮ, ਬੁੱਧ ਧਰਮ ਅਤੇ ਇਸਲਾਮ ਆਦਿ ਧਰਮਾਂ ਤੋਂ ਮਿਲੀਆਂ ਵੰਗਾਰਾਂ ਦਾ ਸਾਹਮਣਾ ਕਰਨ ਦੀ ਤਾਕਤ ਬਖਸ਼ੀ। ਇਹ ਸਪਸ਼ਟ ਹੀ ਸੀ ਕਿ ਉਹ ਧਰਮ ਜਿਸ ਵਿੱਚ ਦੇਵਤਾ ਦੀ ਕੜਮੱਸ ਹੈ ਅਤੇ ਜਿਸ ਵਿੱਚ ਇੱਕ ਵੱਡੇ ਧਰਮ ਦਾ ਅਣਮਨੁੱਖੀ ਸਲੂਕ ਕਰਕੇ ਅਪਮਾਨ ਕੀਤਾ ਜਾਂਦਾ ਸੀ, ਉਹ ਬਹੁਤ ਸਮੇਂ ਲਈ ਚੁਣੌਤੀ ਜਾਂ ਵੰਗਾਰ ਬਿਨਾਂ ਨਹੀਂ ਰਹਿ ਸਕਦਾ ਸੀ। ਬ੍ਰਾਹਮਣੀ ਹਿੰਦੂ ਧਰਮ ਦਾ ਵਿਰੋਧ ਕਰਨ ਵਾਲੇ ਸਭ ਤੋਂ ਪਹਿਲੇ ਮਹਾਵੀਰ ਅਤੇ ਗੌਤਮ ਬੁੱਧ ਸਨ। ਬੁੱਧ ਦੇ ਚਲਾਣੇ ਦੇ 100 ਸਾਲ ਅੰਦਰ ਹੀ ਬੁੱਧ ਧਰਮ ਉੱਤਰੀ ਭਾਰਤ ਵਿੱਚ ਫੈਲ ਗਿਆ ਅਤੇ ਹਿੰਦੂ ਧਰਮ ਦੇ ਇਸ ਨੇ ਪੈਰ ਉਖਾੜ ਦਿੱਤੇ। ਈਸਾ ਦੇ ਜਨਮ ਸਮੇਂ ਤੇ ਲਗਭਗ 700 ਸਾਲ ਜਾਂ ਵਧੇਰੇ ਸਾਲਾਂ ਲਈ ਬੁੱਧ ਧਰਮ ਹੀ ਭਾਰਤ ਦਾ ਮੁੱਖ ਧਰਮ ਸੀ। ਹਿੰਦੂ ਧਰਮ ਦੀ ਪੁਨਰ ਜਾਗ੍ਰਿਤੀ ਦੱਖਣ ਭਾਰਤ ਵਿੱਚ 9ਵੀਂ ਸਦੀ ਤੋਂ ਪਿੱਛੋਂ ਸ਼ੁਰੂ ਹੋਈ। ਸੰਤ ਮਤ ਦੇ 2 ਵਰਗ ਅਲਵਾਰ ਅਤੇ ਅਡਿਆਰ ਇਸ ਦੇ ਹੱਕ ਵਿੱਚ ਉੱਠੇ ਅਤੇ ਬੁੱਧ ਧਰਮ ਅਤੇ ਜੈਨ ਧਰਮ ਦੇ ਕਮਜ਼ੋਰ ਪਹਿਲੂਆਂ, ਨੈਤਿਕਤਾ ਦੇ ਨੇਮਾਂ ਵਿੱਚ ਭਾਵਨਾਤਮਕ ਅੰਸ਼ਾਂ ਦੀ ਅਣਹੋਂਦ ਉੱਪਰ ਹਮਲਾ ਕੀਤਾ। ਅਲਵਾਰ ਵਿਸ਼ਨੂੰ ਅਤੇ ਅਡਿਆਰ ਸ਼ਿਵ ਦੇ ਪੈਰੋਕਾਰ ਸਨ, ਪਰ ਦੋਹਾਂ ਨੇ ਆਪਣੇ ਦੇਵਤਾ ਨੂੰ ਕ੍ਰਮ ਅਨੁਸਾਰ ਇੱਕ ਪਰਮਾਤਮਾ ਦਾ ਦਰਜਾ ਦਿੱਤਾ। ਉਹਨਾਂ ਨੇ ਜਾਤ ਪਾਤ ਦੀ ਕਠੋਰਤਾ ਵਿੱਚ ਕੁਝ ਢਿੱਲ ਲਿਆਂਦੀ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਪੂਜਾ ਵਿੱਚ ਸ਼ਾਮਿਲ ਹੋਣ ਦੀ ਖੁੱਲ੍ਹ ਦੇ ਦਿੱਤੀ। ਉਹਨਾਂ ਨੇ ਆਪਣਾ ਸੰਦੇਸ਼ ਅਤੇ ਉਪਦੇਸ਼ ਪਰਮਾਤਮਾ ਦੀ ਭਗਤੀ ਅਤੇ ਪ੍ਰੇਮ ਦੇ ਸ਼ਬਦਾਂ ਰਾਹੀਂ ਫੈਲਾਇਆ। ਲੱਖਾਂ ਹੀ ਲੋਕ ਜੋ ਜੈਨੀਆਂ ਅਤੇ ਬੋਧੀਆਂ ਦੀ ਉੱਤਮ ਨੈਤਿਕਤਾ ਪ੍ਰਵਿਰਤੀ ਨੂੰ ਸਮਝਣ ਵਿੱਚ ਅਸਮਰਥ ਸਨ ਅਤੇ ਅਲੱਗ-ਥਲੱਗ ਰਹਿ ਰਹੇ ਸਨ, ਉਹ ਨਵੇਂ ਹਿੰਦੂ ਧਰਮ ਦੀ ਨਿੱਘੀ ਬੁੱਕਲ ਵਿੱਚ ਆ ਗਏ, ਜਿਸ ਦਾ ਮਨੁੱਖਤਾ ਦੀ ਬਰਾਬਰੀ ਅਤੇ ਸੰਗਤ ਵਿੱਚ ਸਮੂਹਿਕ ਰੂਪ ਵਿੱਚ ਸ਼ਬਦ ਗਾਇਨ ਕਰਕੇ ਭਗਤੀ ਕਰਨ ਅਤੇ ਇੱਕ ਰੱਬ ਵਿੱਚ ਵਿਸ਼ਵਾਸ ਸੀ। ਹੁਣ ਪਾਸਾ ਹੀ ਪਲਟ ਗਿਆ। ਬੁੱਧ ਧਰਮ ਭਾਰਤ ਵਿੱਚੋਂ ਅਲੋਪ ਹੋ ਗਿਆ ਅਤੇ ਜੈਨ ਧਰਮ ਦਾ ਨਿਘਾਰ ਹੋ ਗਿਆ। ਜਦੋਂ ਹਿੰਦੂ ਧਰਮ ਮੁੜ ਸ਼ਕਤੀਸ਼ਾਲੀ ਹੋਇਆ ਤਾਂ ਇਸ ਨੂੰ ਇਸਲਾਮ ਦੀ ਚੁਣੌਤੀ ਦਾ ਮੁਕਾਬਲਾ ਕਰਨਾ ਪਿਆ, ਜਿਸ ਨੇ ਆਪਣਾ ਹਰਾ ਝੰਡਾ ਬੜੀ ਮਜ਼ਬੂਤੀ ਨਾਲ ਭਾਰਤ ਦੀ ਭੂਮੀ ਤੇ ਝੁਲਾ ਦਿੱਤਾ। ਇਸਲਾਮ ਦਾ ਪਿਛੋਕੜ। ਭਾਰਤ ਅਤੇ ਅਰਬ ਦੇ ਵਪਾਰਕ ਸਬੰਧ ਬੜੇ ਪ੍ਰਾਚੀਨ ਸਮੇਂ ਤੋਂ ਸਨ। ਹਰ ਬਹਾਰ ਦੇ ਮੌਸਮ ਜਦੋਂ
ਮੌਨਸੂਨ ਦੇ ਬੱਦਲ ਅਰਬ ਸਾਗਰ ਤੇ ਛਾ ਜਾਂਦੇ ਤਾਂ ਅਰਬ ਵਪਾਰੀ ਆਪਣੇ ਦੇਸ਼ ਦੇ ਨਖਲੇ ਸਥਾਨਾਂ ਵਿੱਚੋਂ ਪੈਦਾ ਹੋਣ ਵਾਲੀਆਂ ਖਜੂਰਾਂ ਅਤੇ ਸੁਗੰਧਿਤ ਜੜੀਆਂ ਬੂਟੀਆਂ ਆਪਣੀਆਂ ਕਿਸ਼ਤੀਆਂ ਵਿੱਚ ਲੱਦ ਲੈਂਦੇ। ਜਦੋਂ ਪੌਣਾ ਪੂਰਬ ਵੱਲ ਚੱਲਦੀਆਂ ਤਾਂ ਉਹ ਬਾਦਬਾਨ ਖੋਲ੍ਹ ਦਿੰਦੇ ਤਾਂ ਜੋ ਸਮੁੰਦਰੀ ਕਿਨਾਰੇ ਵੱਲ ਲੈ ਜਾਣ। ਪੱਛਮੀ ਘਾਟ ਉੱਪਰ ਵਰਖਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਅਰਬੀ ਬੇੜੀਆਂ ਭਾਰਤੀ ਬੰਦਰਗਾਹਾਂ ਵਿੱਚ ਸੁਰੱਖਿਅਤ ਲੰਗਰ ਸੁੱਟ ਲੈਂਦੀਆਂ ਅਤੇ ਉਨ੍ਹਾਂ ਦਾ ਸਮਾਨ ਜਾਂ ਲੱਦਾ ਵਪਾਰੀ ਸ਼ਹਿਜ਼ਾਦਿਆਂ ਅਤੇ ਸੌਦਾਗਰਾਂ ਦੇ ਗੋਦਾਮਾਂ ਵਿੱਚ ਜਮ੍ਹਾਂ ਹੋ ਜਾਂਦਾ। ਸਿੰਧ ਦਰਿਆ ਦੇ ਮੁਹਾਣੇ ਤੋਂ ਲੈ ਕੇ ਖੰਬਾਇਤ ਦੀ ਖਾੜੀ ਅਤੇ ਪੱਛਮੀ ਘਾਟ ਤੋਂ ਲੈ ਕੇ ਕੰਨਿਆ ਕੁਮਾਰੀ ਦੀ ਰਾਸ ਤੱਕ ਦੇ ਧੁਰ ਤੱਕ ਫੈਲੇ ਭਾਰਤ ਦੇ ਪੱਛਮੀ ਸਾਹਿਲ ਦੇ ਲੋਕ ਹਰ ਸਾਲ ਆਉਣ ਵਾਲੇ ਅਰਬੀ ਵਪਾਰੀਆਂ ਅਤੇ ਉਸ ਤਰ੍ਹਾਂ ਹੀ ਵਾਕਿਫ ਸਨ ਜਿਵੇਂ ਉਹ ਮੌਨਸੂਨ ਦੀ ਰੁੱਤ ਵਿੱਚ ਵਰਖਾ ਵਾਲੇ ਬੱਦਲਾਂ ਤੋਂ ਪਹਿਲਾਂ ਪੂਰਬੀ ਅਫਰੀਕਾ ਵਿੱਚ ਆਉਣ ਵਾਲੇ ਪੰਛੀਆਂ ਦੇ ਵਾਕਿਫ ਤੇ ਜਾਣੂ ਹੋ ਗਏ ਸਨ। ਦੋਵੇਂ ਹੀ ਉਤਨੇ ਪ੍ਰਾਚੀਨ ਪ੍ਰਤੱਖ ਤੱਥ ਸਨ ਜਿਤਨੀ ਮੌਨਸੂਨ ਸੀ। ਫਰਕ ਕੇਵਲ ਇਹੋ ਸੀ ਕਿ ਜਦੋਂ ਕੁਝ ਮਹੀਨਿਆਂ ਦੀ ਠਾਹਰ ਪਿੱਛੋਂ ਸੂਨ ਦੇ ਪੰਛੀ ਅਫਰੀਕਾ ਵੱਲ ਉੱਡ ਜਾਂਦੇ, ਸਾਰੇ ਅਰਬੀ ਵਪਾਰੀ ਆਪਣੇ ਅਰਬ ਦੇ ਮਾਰੂਥਲਾਂ ਵਿਚਲੇ ਘਰਾਂ ਨੂੰ ਵਾਪਸ ਪਰਤ ਕੇ ਨਹੀਂ ਜਾਂਦੇ ਸਨ। ਬਹੁਤ ਸਾਰੇ ਭਾਰਤੀ ਇਸਤਰੀਆਂ ਨਾਲ ਵਿਆਹ ਕਰਵਾ ਕੇ ਇੱਥੇ ਹੀ ਵਸ ਜਾਂਦੇ ਸਨ। 569 ਤੋਂ 632 ਈਸਵੀ ਵਿੱਚ ਹਜ਼ਰਤ ਮੁਹੰਮਦ ਦੇ ਆਗਮਨ ਨਾਲ ਆਰਾਮ ਪਸੰਦ ਅਤੇ ਬੂਤ-ਪੂਜ ਅਰਬ ਵਾਸੀ ਇੱਕ ਧਰਮ ਅਪਣਾ ਕੇ ਇੱਕ ਕੌਮ ਬਣ ਗਏ ਅਤੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹਰ ਪਾਸੇ ਇਸਲਾਮ ਧਰਮ ਦਾ ਉਪਦੇਸ਼ ਫੈਲਾਇਆ। ਅਰਬੀ ਵਪਾਰੀ ਜੋ ਹਰ ਸਾਲ ਖਜੂਰ ਅਤੇ ਖੁਸ਼ਬੂਦਾਰ ਧੂਫ ਲੈ ਕੇ ਆਉਂਦੇ ਸਨ, ਉਹ ਹੁਣ ਆਪਣੇ ਨਾਲ ਨਵਾਂ ਧਰਮ ਲੈ ਕੇ ਆਏ। 636 ਈਸਵੀ ਤੋਂ ਮਗਰੋਂ ਪੱਛਮੀ ਭਾਰਤ ਖਾਸ ਕਰਕੇ ਮਾਲਬਾਰ ਤੱਟ ਅਤੇ ਅਰਬੀ ਮੁਸਲਮਾਨਾਂ ਦੀਆਂ ਬਸਤੀਆਂ ਵੱਖ-ਵੱਖ ਥਾਵਾਂ ਤੇ ਵਸ ਗਈਆਂ। ਦੱਖਣੀ ਭਾਰਤ ਦੇ ਲੋਕਾਂ ਨੇ ਨਵੇਂ ਧਰਮ ਦਾ ਸਵਾਗਤ ਕੀਤਾ। ਮੁਸਲਮਾਨਾਂ ਨੂੰ ਮਸੀਤਾਂ ਬਣਾਉਣ ਦੀ ਆਗਿਆ ਦਿੱਤੀ। ਜਿਹੜੇ ਇਕੱਲੇ ਕੁਆਰੇ ਸਨ, ਉਨ੍ਹਾਂ ਨੇ ਇੱਥੋਂ ਦੀਆਂ ਲੜਕੀਆਂ ਨਾਲ ਵਿਆਹ ਕਰਵਾ ਲਏ ਅਤੇ ਛੇਤੀ ਹੀ ਅਰਬੀ ਭਾਰਤੀ ਸਮਾਜ ਪੈਦਾ ਹੋ ਗਿਆ। 9ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਮਾਨ ਪ੍ਰਚਾਰਕਾਂ ਨੇ ਮਾਲਾਬਾਰ ਦੇ ਬਾਦਸ਼ਾਹ ਦੇ ਰੂਪ ਵਿੱਚ ਇੱਕ ਪ੍ਰਮੁੱਖ ਵਿਅਕਤੀ ਨੂੰ ਇਸਲਾਮ ਧਰਮ ਵਿੱਚ ਸ਼ਾਮਿਲ ਕਰ ਲਿਆ। ਮੁਸਲਮਾਨ ਸਮਾਜ ਵਧਣ ਲੱਗਾ ਅਤੇ ਇਹ ਲੋਕ ਪੂਰਬੀ ਤੱਟ ਤੇ ਤਾਮਿਲ ਖੇਤਰ ਵੱਲ ਫੈਲ ਗਏ। ਪਰ ਇਸਲਾਮ ਉੱਤਰ ਵੱਲ ਫੈਲਣ ਲੱਗਾ ਅਤੇ ਮੁਸਲਮਾਨਾਂ ਦੀਆਂ ਬਸਤੀਆਂ ਖੰਬਾਇਤ ਦੇ ਤੱਟ ਤੇ ਕਾਇਮ ਹੋ ਗਈਆਂ। ਇਸਲਾਮ ਦਾ ਸ਼ਾਂਤੀਪੂਰਵਕ ਵਾਧਾ ਅਚਾਨਕ ਹੀ ਉਸ ਸਮੇਂ ਰੁਕ ਗਿਆ ਜਦੋਂ ਮੁਸਲਮਾਨ ਸੈਨਾਵਾਂ ਨੇ ਭਾਰਤ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। 672 ਈਸਵੀ ਵਿੱਚ 17 ਸਾਲ ਦਾ ਮੁਹੰਮਦ ਬਿਨ ਕਾਸਿਮ ਬਲੋਚਿਸਤਾਨ ਰਾਹੀਂ ਆ ਕੇ ਸਾਰੇ ਸਿੰਧ ਤੇ ਕਾਬਜ ਹੋ ਗਿਆ। ਮੁਸਲਮਾਨਾਂ ਨੂੰ ਵਿਦੇਸ਼ੀ ਹਮਲਾਵਰ ਸਮਝ ਕੇ ਨਫ਼ਰਤ ਕੀਤੀ ਜਾਣ ਲੱਗੀ, ਜਿਨ੍ਹਾਂ ਦਾ ਹਰ ਹਾਲਤ ਵਿੱਚ ਵਿਰੋਧ ਕੀਤਾ ਜਾਣ ਲੱਗਾ ਅਤੇ ਕੁਝ ਸਮੇਂ ਵਾਸਤੇ ਇਸਲਾਮ ਧਰਮ ਵਿੱਚ ਧਰਮ ਬਦਲ ਕੇ ਪ੍ਰਵੇਸ਼ ਕਰਨ ਤੇ ਰੋਕ ਲੱਗ ਗਈ। ਕਾਸਿਮ ਦੇ ਹਮਲੇ ਪਿੱਛੋਂ ਕੁਝ ਸਮਾਂ ਸ਼ਾਂਤੀ ਰਹੀ, ਪਰੰਤੂ 971 ਤੋਂ 1030 ਈਸਵੀ ਵਿੱਚ ਮਹਿਮੂਦ ਗਜ਼ਨਵੀ ਨਾਲ ਹੀ ਪੂਰੀ ਤੀਬਰਤਾ ਨਾਲ ਤੂਫਾਨ ਝੁੱਲ ਪਿਆ, ਜਿਸ ਨੇ ਸਾਰੇ ਉੱਤਰੀ ਭਾਰਤ ਵਿੱਚ ਗੁਜਰਾਤ ਤੱਕ ਹਰ ਪ੍ਰਕਾਰ ਦੀ ਵਿਰੋਧਤਾ ਖਤਮ ਕਰ ਦਿੱਤੀ ਅਤੇ ਉਹ ਜਿੱਥੇ ਵੀ ਗਿਆ ਉਸਨੇ ਹਿੰਦੂਆਂ ਦੇ ਮੰਦਰ ਬਰਬਾਦ ਕਰ ਦਿੱਤੇ। ਉਸ ਮਗਰੋਂ ਉੱਤਰੀ ਭਾਰਤ ਵਿੱਚ ਮੁਸਲਮਾਨਾਂ ਦੇ ਹਮਲਿਆਂ ਦਾ ਸਿਲਸਿਲਾ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਏ, ਪਰ ਨਾ ਤਾਂ ਲਗਾਤਾਰ ਮੁਸਲਮਾਨੀ ਫੌਜਾਂ ਦੀ ਜਿੱਤ ਨਾਲ ਤੇ ਨਾ ਹੀ ਹਿੰਦੂਆਂ ਦੇ ਕਤਲਾਮ ਅਤੇ ਉਨ੍ਹਾਂ ਦੇ ਮੰਦਰਾਂ ਦੀ ਬਰਬਾਦੀ ਨਾਲ ਬਹੁਤੇ ਹਿੰਦੂਆਂ ਨੇ ਇਸਲਾਮ ਧਰਮ ਕਬੂਲ ਕਰ ਲਿਆ। ਇਸ ਦੇ ਉਲਟ, ਜਿਵੇਂ ਇਹੋ ਜਿਹੇ ਹਾਲਾਤਾਂ ਵਿੱਚ ਸੁਭਾਵਿਕ ਹੁੰਦਾ ਹੈ, ਜਿੱਤਾਂ ਨਾਲ ਹਿੰਦੂਆਂ ਦੀ ਵਿਰੋਧਤਾ ਪੈਦਾ ਹੋ ਗਈ ਅਤੇ ਜਿਹੜੇ ਲੋਕਾਂ ਨੇ ਇਸਲਾਮ ਅਪਣਾ ਲਿਆ ਸੀ ਉਹਨਾਂ ਨੂੰ ਮੁੜ ਧਰਮ ਪਰਿਵਰਤਨ ਪਿੱਛੋਂ ਹਿੰਦੂ ਧਰਮ ਵਿੱਚ ਲਿਆਂਦਾ ਗਿਆ। ਇਸਲਾਮ ਦੀਆਂ ਲੜਾਈਆਂ ਦੇ ਜੇਤੂ ਹਮਲਾਵਰ ਬੁੱਤ ਸ਼ਿਕਨ ਮੁਸਲਮਾਨ ਨਹੀਂ ਸਗੋਂ ਸ਼ਾਂਤੀ ਪਸੰਦ ਪ੍ਰਚਾਰਕ ਸਨ। ਹਿੰਦੂ ਧਰਮ ਦਾ ਇਸਲਾਮ ਨਾਲ ਸਮਝੌਤਾ। ਭਗਤੀ ਲਹਿਰ ਹਿੰਦੂ ਪੁਨਰ ਜਾਗ੍ਰਿਤੀ, ਜਿਸ ਦਾ ਆਰੰਭ ਦੱਖਣੀ ਭਾਰਤ ਦੇ ਅਲਵਾਰ ਅਤੇ ਅਡਿਆਰ ਮੰਤਾਂ ਨੇ ਕੀਤਾ, ਦਾ ਸਾਹਮਣਾ ਅਚਾਨਕ ਹੀ ਇਸਲਾਮ ਨਾਲ ਹੋ ਗਿਆ। ਇਸਲਾਮੀ ਤਲਵਾਰ ਦਾ ਉੱਤਰ ਹਿੰਦੂ ਤਲਵਾਰ ਦੇ ਸਕਦੀ ਸੀ, ਪਰ ਕਿਸੇ ਨੂੰ ਤਾਂ ਤਰਕ ਦਾ ਉੱਤਰ ਦੇਣਾ ਹੀ ਪੈਣਾ ਸੀ। ਇਹ ਉੱਤਰ ਉਸ ਫਿਲਾਸਫਰ ਨੇ ਦਿੱਤਾ ਜਿਸ ਦੀ ਵੱਡੀ ਚਿੰਤਾ ਇਸਲਾਮ ਨਹੀਂ ਸਗੋਂ ਜੈਨੀਆਂ ਅਤੇ ਬੋਧੀਆਂ ਦੀ ਨਾਸਕਤਾ ਦਾ ਖੰਡਨ ਕਰਨਾ ਸੀ, ਪਰੰਤੂ ਉਸ ਨੇ ਇਸ ਤਰ੍ਹਾਂ ਕਰਦਿਆਂ ਹੋਇਆਂ ਹਿੰਦੂ ਧਰਮ ਦੇ ਸੁਧਾਰ ਅਤੇ ਪੁਨਰ ਜਾਗ੍ਰਿਤੀ ਦੀ ਲਹਿਰ ਸ਼ੁਰੂ ਕਰ ਦਿੱਤੀ
जिस दा नਵੇਂ धर्म प्रति रवैये उपर निर्णायक प्रभाव पिया। यह व्यक्ति मालाबार दा ब्राह्मण शंकर सी। शंकर ने प्रेरणा लई वेदां वल मुड़न दी जोरदार शब्दां विच नसीहत कीती। उसदा हिंदू धर्म अदैंतवाद विच अटल विश्वासी सी। उसने बुत पूजा रद्द कर दिती क्योंकि उसदा परमात्मा एक है, ओह सर्वव्यापक अते असीम है। हे प्रभु, मेरे 3 गुनाह माफ़ कर दे। मैं तेरी साकार रूप विच कल्पना कर लई है जदों कि तू निरंकार है। मैं तेरी महिमा करदियां तेरा वर्णन कीता है जदों कि तू अकथ है। जदों कि तेरी महिमा नहीं कीती जा सकदी, तू प्रशंसा तो बाहर है। ते मैं मंदिरां विच जाके तीर्थ यात्रा करके यह भुल गया हाँ कि तू सर्वव्यापक है। शंकर निश्चित तौर ते एक अध्यात्मकवादी सी ਅਤੇ ਭਾਵੇਂ ਉਸਨੇ ਹਿੰਦੂ ਧਰਮ ਦੇ ਨਾਇਕ ਅਤੇ ਸਮਰਥਕਾਂ ਨੂੰ ਵਾਦ ਵਿਵਾਦ ਕਰਨ ਲਈ ਤਰਕ ਦਾ ਸ਼ਸਤਰ ਦਿੱਤਾ, ਪਰੰਤੂ ਉਸਨੇ ਅਲਵਾਰ ਅਤੇ ਅਡਿਆਰ ਵੱਲੋਂ ਚਲਾਈਆਂ ਹੋਈ ਜਨਤਕ ਲਹਿਰ ਨੂੰ ਅੱਗੇ ਵਧਾਉਣ ਲਈ ਕੁਝ ਖਾਸ ਕਾਰਜ ਨਾ ਕੀਤਾ। ਇਹ ਕੰਮ ਰਾਮਾਨੁਜ ਨੇ ਕੀਤਾ, ਜਿਸ ਨੇ ਸ਼ੰਕਰ ਦੀ ਧਾਰਮਿਕ ਸਮੱਸਿਆਵਾਂ ਨੂੰ ਨਿਰੋਲ ਤਾਰਕ ਪਹੁੰਚ ਰਾਹੀਂ ਹੱਲ ਕਰਨ ਨਾਲ ਅਸਹਿਮਤੀ ਪ੍ਰਗਟ ਕੀਤੀ ਅਤੇ ਭਗਤੀ ਮਾਰਗ ਦਾ ਸਮਰਥਨ ਕੀਤਾ ਅਤੇ ਭਗਤੀ ਅੰਦੋਲਨ ਚਲਾਇਆ, ਜਿਸ ਨੂੰ ਕਈ ਸਦੀਆਂ ਪਹਿਲਾਂ ਭਗਵਤ ਗੀਤਾ ਵਿੱਚ ਮਾਨਵਤਾ ਦਿੱਤੀ ਗਈ ਸੀ, ਜਿਸ ਨੂੰ ਮੁਕਤੀ ਦਾ ਸਰਵੋਤਮ ਸਾਧਨ ਮੰਨ ਕੇ ਅਲਵਾਰ ਅਤੇ ਅਡਿਆਰ ਭਗਤਾਂ ਨੇ ਪੁਨਰ ਪ੍ਰਚਲਿਤ ਕੀਤਾ। ਰਾਮਾਨੁਜ ਨੇ ਕਸ਼ਮੀਰ ਤੱਕ ਸਾਰੇ ਉੱਤਰੀ ਭਾਰਤ ਤੱਕ ਦੀ ਯਾਤਰਾ ਕੀਤੀ ਅਤੇ ਆਪਣੀ ਸਿੱਖਿਆ ਦੇ ਪ੍ਰਚਾਰ ਲਈ ਹਰ ਥਾਂ ਬਹੁਤ ਸਾਰੇ ਚੇਲੇ ਅਤੇ ਪੈਰੋਕਾਰ ਬਣਾਏ। ਭਗਤੀ ਲਹਿਰ ਦਾ ਪ੍ਰਭਾਵ ਅਲਵਾਰ ਅਤੇ ਅਡਿਆਰ ਸੰਤਾਂ ਤੇ ਉਹਨਾਂ ਦੇ ਮਤ ਦੇ ਵਿਆਖਿਆਕਾਰ ਮਾਧਵ, ਵਿਸ਼ਨੂੰ, ਸਵਾਮੀ ਵੱਲਭ ਅਤੇ ਅਨੇਕਾਂ ਹੋਰ ਕਾਰਨ ਅਤੇ ਸਭ ਤੋਂ ਵਧੀਆ ਰਾਮਾਨੁਜ ਕਰਕੇ ਪਿਆ ਅਤੇ ਫੈਲਿਆ। ਭਗਤਾਂ ਦੀ ਸਿੱਖਿਆ ਦਾ ਮੁੱਖ ਵਿਸ਼ਾ ਇਹੋ ਸੀ ਕਿ ਪਰਮਾਤਮਾ ਇੱਕ ਹੈ ਤੇ ਭਾਵੇਂ ਉਹ ਅਕਥ ਹੈ, ਪਰੰਤੂ ਉਹ ਹੀ ਇੱਕੋ ਇੱਕ ਸੱਚ ਹੈ ਅਤੇ ਬਾਕੀ ਸਭ ਮਾਇਆ ਹੈ। ਪਰਮਾਤਮਾ ਦੀ ਉਪਾਸਨਾ ਅਤੇ ਭਗਤਾਂ ਦਾ ਸਭ ਤੋਂ ਵਧੀਆ ਮਾਰਗ ਉਸ ਦੀ ਰਜ਼ਾ ਵਿੱਚ ਰਾਜੀ ਰਹਿਣਾ ਭਾਵ ਆਤਮ ਸਮਰਪਣ ਹੈ। ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਧਿਆਨ ਮਗਨ ਹੋ ਕੇ ਆਰਾਧਨਾ ਕਰਨੀ, ਮੰਤਰ ਪੜ੍ਹਨੇ ਅਤੇ ਸ਼ਬਦਾਂ ਦਾ ਗਾਇਨ ਕਰਨਾ ਹੈ। ਇਸ ਦੀ ਪ੍ਰਾਪਤੀ ਦਾ ਵਧੀਆ ਤਰੀਕਾ ਅਧਿਆਤਮਕ ਗੁਰੂ ਦੀ ਅਗਵਾਈ ਹੈ। ਭਗਤੀ ਮਾਰਗ ਨੂੰ ਉੱਤਰ ਭਾਰਤ ਵਿੱਚ ਰਾਮਾਨੰਦ ਨੇ ਲੋਕਪ੍ਰਿਯ ਬਣਾਇਆ। ਉਸ ਨੇ ਨਵੀਆਂ ਜਾਤਾਂ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਣੇ ਨਾਲ ਪੂਜਾ ਵਿੱਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਅਤੇ ਉਹਨਾਂ ਨੂੰ ਆਪਣੇ ਪੈਰੋਕਾਰ ਬਣਾਇਆ। ਇਹ ਉਸ ਦਾ ਚੇਲਾ ਕਬੀਰ ਹੀ ਸੀ, ਜਿਸ ਨੇ ਕਿਸੇ ਹੋਰਾਂ ਨਾਲੋਂ ਜ਼ਿਆਦਾ ਪ੍ਰਭਾਵੀ ਢੰਗ ਨਾਲ ਸਿੰਧ ਅਤੇ ਗੰਗਾ ਦੇ ਮੈਦਾਨਾਂ ਵਿੱਚ ਭਗਤੀ ਮਾਰਗ ਦਾ ਸੰਦੇਸ਼ ਫੈਲਾਇਆ। ਧਾਰਮਿਕ ਜੋਸ਼ ਦੀ ਭਾਵਨਾ ਮੁਲਕ ਵਿੱਚ ਹਰ ਥਾਂ ਵਿਆਪਕ ਸੀ ਅਤੇ ਉਹ ਲੋਕ ਜੋ ਇੱਕ ਦੂਸਰੇ ਨੂੰ ਬੜਾ ਘੱਟ ਜਾਂ ਉੱਕਾ ਹੀ ਕੁਝ ਨਹੀਂ ਜਾਣਦੇ ਸਨ, ਉਹ ਵੀ ਸਮੇਂ ਦੀ ਹਵਾ ਦਾ ਪ੍ਰਭਾਵ ਕਬੂਲ ਕਰ ਰਹੇ ਸਨ ਅਤੇ ਆਪੋ ਆਪਣੀ ਭਾਸ਼ਾ ਵਿੱਚ ਭਾਰਤ ਦੇ ਦੂਰ ਦਰਾਡੇ ਭਾਗਾਂ ਵਿੱਚ ਵੀ ਉਹ ਕੁਝ ਕਹਿ ਰਹੇ ਸਨ। ਬੰਗਾਲ ਵਿੱਚ ਚੈਤਨਿਆ ਨੇ, ਰਾਮਾਨੰਦ ਅਤੇ ਕਬੀਰ ਨੇ, ਉੱਤਰ ਪ੍ਰਦੇਸ਼ ਵਿੱਚ ਮੀਰਾਬਾਈ ਨੇ, ਰਾਜਸਥਾਨ ਵਿੱਚ ਤੁਕਾਰਾਮ, ਨਾਮਦੇਵ, ਤ੍ਰਿਲੋਚਨ ਅਤੇ ਪਰਮਾਨੰਦ ਨੇ, ਮਹਾਰਾਸ਼ਟਰ ਵਿੱਚ ਵੱਲਭ ਸਵਾਮੀ ਅਤੇ ਤੇਲੰਗਾਨਾ ਵਿੱਚ ਸਾਧਨਾ ਨੇ ਸਿੰਧ ਵਿੱਚ ਭਗਤੀ ਮਾਰਗ ਨੂੰ ਫੈਲਾਇਆ। 15ਵੀਂ ਸਦੀ ਦੇ ਅੰਤ ਅਤੇ ਭਗਤੀ ਮਾਰਗ ਦਾ ਪ੍ਰਭਾਵ ਸਨਾਤਨੀ ਬ੍ਰਾਹਮਣੀ ਹਿੰਦੂ ਧਰਮ ਨਾਲੋਂ ਕਿਤੇ ਵਧੇਰੇ ਸੀ। ਜਿਹੜੀ ਗੱਲ ਜ਼ਿਆਦਾਤਰ ਮਹੱਤਵਪੂਰਨ ਸੀ, ਉਹ ਕਈ ਭਗਤਾਂ ਵੱਲੋਂ ਇਸਲਾਮ ਧਰਮ ਨਾਲ ਮੇਲ ਮਿਲਾਪ ਲਈ ਉਠਾਏ ਗਏ ਕਦਮ ਸਨ। ਹਿੰਦੂਆਂ ਤੇ ਮੁਸਲਮਾਨਾਂ ਵਿੱਚ ਸਦਭਾਵਨਾ ਅਤੇ ਆਪਸੀ ਸੂਝ-ਬੂਝ ਦਾ ਸਮਰਥਨ ਅਤੇ ਪ੍ਰਚਾਰਕ ਕਬੀਰ ਸੀ, ਜਿਸ ਨੇ ਆਪਣੇ ਆਪ ਨੂੰ ਰਾਮ ਅਤੇ ਅੱਲਾ ਦਾ ਪੁੱਤਰ ਵਰਣਨ ਕੀਤਾ। ਉਸਨੇ ਕਿਹਾ, ਹਿੰਦੂ ਮੰਦਰ ਜਾਂਦਾ ਹੈ ਅਤੇ ਮੁਸਲਮਾਨ ਮਸੀਤ, ਪਰ ਕਬੀਰ ਉਸ ਥਾਂ ਤੇ ਜਾਂਦਾ ਹੈ ਜਿੱਥੇ ਦੋਵਾਂ ਨੂੰ ਸਭ ਜਾਣਦੇ ਹਨ। ਕਬੀਰ ਦੋਹਾਂ ਦੀ ਰੀਤੀ ਛੱਡ ਕੇ ਉਚੇਚੇ ਮਾਰਗ ਤੇ ਤੁਰ ਪਿਆ। ਜੇ ਤੁਸੀਂ ਕਹਿੰਦੇ ਹੋ ਕਿ ਮੈਂ ਹਿੰਦੂ ਹਾਂ ਤਾਂ ਇਹ ਵੀ ਸੱਚ ਨਹੀਂ। ਮੈਂ ਮੁਸਲਮਾਨ ਵੀ ਨਹੀਂ ਹਾਂ। ਮੈਂ 5 ਤੱਤਾਂ ਦਾ ਬਣਿਆ ਹੋਇਆ ਹਾਂ, ਜਿੱਥੇ ਅਗਿਆਤ ਦਾ ਵਾਸਾ ਹੈ। ਮੱਕਾ ਸੱਚਮੁੱਚ ਕਾਸ਼ੀ ਬਣ ਗਿਆ ਹੈ ਅਤੇ ਰਾਮ ਰਹੀਮ ਬਣ ਗਿਆ ਹੈ। ਕਬੀਰ ਭਾਵੇਂ ਜਨਮ ਤੋਂ ਮੁਸਲਮਾਨ ਸੀ, ਪਰ ਉਸ ਨੂੰ ਇੱਕ ਹਿੰਦੂ ਵਾਂਗ ਪੂਜਾ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਸੀ। ਉਸ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਇੱਕ ਹੈ।
ਇਸ ਲਈ ਉਸਨੇ ਬੁੱਤਾਂ ਅੱਗੇ ਸਿਰ ਝੁਕਾਉਣ ਤੋਂ ਇਨਕਾਰ ਕਰ ਦਿੱਤਾ। ਜੇ ਰੱਬ ਪੱਥਰ ਵਿੱਚ ਹੈ ਤਾਂ ਮੈਂ ਪਹਾੜਾਂ ਦੀ ਪੂਜਾ ਕਰਾਂਗਾ। ਉਸਦਾ ਇਹ ਭਰੋਸਾ ਨਹੀਂ ਸੀ ਕਿ ਮੁਹੰਮਦ ਹੀ ਰੂਹਾਨੀ ਮਾਮਲਿਆਂ ਵਿੱਚ ਇੱਕੋ ਇੱਕ ਪਥਦਰਸ਼ਕ ਹੈ, ਪਰੰਤੂ ਦੂਸਰੇ ਭਗਤਾਂ ਵਾਂਗ ਉਸਦਾ ਵਿਸ਼ਵਾਸ ਸੀ ਕਿ ਹਰ ਆਦਮੀ ਨੂੰ ਗੁਰੂ ਦੇ ਲੜ ਲੱਗਣ ਦੀ ਲੋੜ ਹੈ, ਭਾਵ ਗੁਰੂ ਧਾਰਨ ਕਰਨਾ ਚਾਹੀਦਾ ਹੈ। ਉਹ ਮਹਿਮਾ ਦੇ ਭਜਨ ਗਾਉਣ ਵਿੱਚ ਵਿਸ਼ਵਾਸੀ ਸੀ। ਉਸਦਾ ਹਿੰਦੂਆਂ ਦੇ ਮੌਤ ਪਿੱਛੇ ਪੁਨਰ ਜਨਮ ਦੇ ਸਿਧਾਂਤ ਵਿੱਚ ਵਿਸ਼ਵਾਸ ਸੀ। ਉਹ ਇਸ ਨੂੰ ਇਸਲਾਮ ਦੇ ਨਰਕ ਸਵਰਗ ਦੇ ਸਿਧਾਂਤ ਨਾਲੋਂ ਵਧੇਰੇ ਚੰਗਾ ਸਮਝਦਾ ਸੀ। ਮੁਸਲਮਾਨ ਹੋਣ ਕਾਰਨ ਉਸਨੇ ਹਿੰਦੂਆਂ ਦੀ ਜਾਤ ਵਿਵਸਥਾ ਦੀ ਖੁੱਲ੍ਹ ਕੇ ਨਿੰਦਿਆ ਕੀਤੀ, ਕਿਉਂਕਿ ਇਸ ਨੇ ਉਸ ਨੂੰ ਅਛੂਤ ਬਣਾ ਦਿੱਤਾ ਸੀ। ਸਾਰਾਂਸ਼ ਇਹ ਹੈ ਕਿ ਜੋ ਕੁਝ ਵੱਖ-ਵੱਖ ਭਗਤਾਂ ਨੇ ਧਾਰਮਿਕ ਖੇਤਰ ਵਿੱਚ ਪ੍ਰਾਪਤ ਕੀਤਾ, ਉਹ ਇਹ ਸੀ ਕਿ ਪਰਮਾਤਮਾ ਇੱਕ ਹੈ, ਉਹ ਹੀ ਸੱਚ ਹੈ, ਬਾਕੀ ਸਭ ਮਾਇਆ ਹੈ। ਉਸ ਨੂੰ ਬੁੱਤ ਦੀ ਸ਼ਕਲ ਵਿੱਚ ਪ੍ਰਤਿਪਾਦਿਤ ਨਹੀਂ ਕੀਤਾ ਜਾ ਸਕਦਾ। ਉਹ ਅਕੱਥ ਹੈ ਅਤੇ ਸਰਵ ਵਿਆਪਕ ਹੈ। ਰੱਬ ਦੀ ਪ੍ਰਾਪਤੀ ਦਾ ਵਧੀਆ ਸਾਧਨ ਉਸ ਦੀ ਰਜ਼ਾ ਵਿੱਚ ਰਹਿਣਾ ਹੈ। ਰੱਬ ਦੀ ਮਿਹਰ ਪ੍ਰਾਪਤ ਕਰਨ ਦਾ ਵਧੀਆ ਸਾਧਨ ਕਿਸੇ ਗੁਰੂ ਦੇ ਚੇਲੇ ਬਣ ਕੇ ਉਸ ਦੀ ਅਗਵਾਈ ਪ੍ਰਾਪਤ ਕਰਨਾ ਹੈ ਅਤੇ ਉਸ ਪਰਮਾਤਮਾ ਦੀ ਭਗਤੀ ਕਰਨਾ ਹੈ। ਉਸ ਦੀ ਉਪਮਾ ਵਿੱਚ ਕੀਰਤਨ ਕਰਨਾ ਹੈ। ਜਾਤ ਪਾਤ ਰੱਬੀ ਹੁਕਮ ਨਾਲ ਹੋਂਦ ਵਿੱਚ ਨਹੀਂ ਆਈ, ਕਿਉਂਕਿ ਸਾਰੇ ਮਨੁੱਖ ਬਰਾਬਰ ਪੈਦਾ ਕੀਤੇ ਹੋਏ ਹਨ। ਅਧਿਆਤਮਿਕ ਜੀਵਨ ਇੱਕ ਸੰਨਿਆਸੀ ਲਈ ਭੋਜਨ, ਸਾਥ, ਸੰਬੰਧ, ਸੰਭੋਗ ਦੀ ਮਨਾਹੀ ਨਹੀਂ ਹੈ, ਕਿਉਂਕਿ ਇੱਕ ਆਮ ਨਾਗਰਿਕ ਪਰਿਵਾਰ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਾ ਹੋਇਆ ਵੀ ਉਸੇ ਤਰ੍ਹਾਂ ਦੀ ਸ਼ਕਤੀ ਪ੍ਰਾਪਤ ਕਰ ਸਕਦਾ ਹੈ ਜਿਵੇਂ ਇੱਕ ਭਿਕਸ਼ੂ ਜਾਂ ਸੰਨਿਆਸੀ। ਬਦਕਿਸਮਤੀ ਨਾਲ ਬਹੁਤ ਸਾਰੇ ਭਗਤ ਉਸ ਤਰ੍ਹਾਂ ਨਾ ਵਿਚਰੇ ਜਿਸ ਤਰ੍ਹਾਂ ਉਹ ਪ੍ਰਚਾਰ ਕਰਦੇ ਸੀ। ਉਹਨਾਂ ਨੇ ਇੱਕ ਪਰਮਾਤਮਾ ਦੇ ਦਾਅਵਿਆਂ ਦੇ ਬਾਵਜੂਦ ਉਹ ਇੱਕ ਜਾਂ ਦੂਸਰੇ ਅਵਤਾਰ ਵਿਸ਼ਨੂੰ ਜਾਂ ਸ਼ਿਵ ਦੀ ਪੂਜਾ ਕਰਦੇ ਰਹੇ, ਜਿਨ੍ਹਾਂ ਨੂੰ ਆਮ ਕਰਕੇ ਬੁੱਤ ਬਣਾਇਆ ਅਤੇ ਪੂਜਿਆ ਜਾਂਦਾ ਸੀ। ਉਹਨਾਂ ਦੇ ਮਨੁੱਖਤਾ ਦੀ ਬਰਾਬਰੀ ਦੇ ਐਲਾਨ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਉਹਨਾਂ ਦੇ ਪੈਰੋਕਾਰ ਬਣ ਜਾਣ ਜਾਂ ਕਦੇ-ਕਦੇ ਉਹਨਾਂ ਦੇ ਹੱਥੋਂ ਭੋਜਨ ਲੈ ਕੇ ਖਾਣ ਤੱਕ ਹੀ ਸੀਮਿਤ ਸਨ। ਲੋੜ ਇੱਕ ਅਜਿਹੇ ਵਿਅਕਤੀ ਦੀ ਸੀ ਜੋ ਭਗਤਾਂ ਦੀਆਂ ਸਮੱਸਿਆਵਾਂ ਦਾ ਸੰਗ੍ਰਹਿ ਕਰਕੇ ਉਹਨਾਂ ਨੂੰ ਆਮ ਸਮਝ ਵਿੱਚ ਆਉਣ ਵਾਲੀ ਵਿਵਸਥਾ ਦਾ ਸਰੂਪ ਦੇ ਕੇ ਵਿਚਾਰ ਨੂੰ ਅਮਲ ਵਿੱਚ ਲਿਆਵੇ। ਇਸਲਾਮ ਦਾ ਹਿੰਦੂ ਧਰਮ ਨਾਲ ਸੁਮੇਲ ਜਾਂ ਸਮਝੌਤਾ। ਸੂਫੀ ਸੰਤ ਜਾਂ ਅਧਿਆਤਮਕਵਾਦੀ ਇਹ ਦੱਸਿਆ ਜਾ ਚੁੱਕਿਆ ਹੈ ਕਿ ਕਿਵੇਂ ਮੁਸਲਮਾਨੀ ਸੈਨਾਵਾਂ ਵੱਲੋਂ ਉੱਤਰ ਭਾਰਤ ਉੱਪਰ ਜਿੱਤ ਪ੍ਰਾਪਤ ਕਾਰਨ ਇਸਲਾਮ ਦੇ ਸ਼ਾਂਤਮਈ ਪ੍ਰਚਾਰ ਵਿੱਚ ਰੋਕ ਪਈ, ਹਿੰਦੂਆਂ ਨੂੰ ਹਾਰ ਹੋਈ ਅਤੇ ਉਹਨਾਂ ਦੇ ਅਨੇਕ ਮੰਦਰ ਢਹਿ ਢੇਰੀ ਕਰ ਦਿੱਤੇ ਗਏ। ਇਨ੍ਹਾਂ ਕਾਰਨਾਂ ਕਰਕੇ ਮੁਸਲਮਾਨ ਹਿੰਦੂਆਂ ਨੂੰ ਆਪਣੇ ਧਰਮ ਵਿੱਚ ਲਿਆਉਣ ਵਿੱਚ ਕਾਮਯਾਬ ਨਾ ਹੋ ਸਕੇ ਅਤੇ ਨਾ ਹੋ ਸਕਦੇ ਸਨ, ਪਰੰਤੂ ਧਾੜਵੀਆਂ ਦੇ ਕਾਫਲਿਆਂ ਵਿੱਚ ਸ਼ਾਂਤੀ ਪ੍ਰੇਮੀ ਸ਼ਖਸੀਅਤਾਂ ਵੀ ਸਨ ਜੋ ਕੇਵਲ ਮੁਹੰਮਦ ਦੇ ਉਪਦੇਸ਼ ਦਾ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ ਤੇ ਆਏ ਸਨ। ਇਸ ਕਾਰਜ ਲਈ ਆਪਣੇ ਆਪ ਨੂੰ ਲੈਸ ਕਰਨ ਲਈ ਉਹਨਾਂ ਨੇ ਦੂਸਰਿਆਂ ਲੋਕਾਂ ਦੀਆਂ ਭਾਸ਼ਾਵਾਂ, ਸੱਭਿਆਚਾਰਾਂ, ਧਰਮਾਂ ਅਤੇ ਜੀਵਨ ਦੇ ਢੰਗ ਤਰੀਕਿਆਂ, ਆਚਾਰ ਵਿਹਾਰ ਦਾ ਅਧਿਐਨ ਕੀਤਾ। ਉਹਨਾਂ ਨੇ ਈਸਾਈ, ਬੋਧੀ, ਯੂਨਾਨੀਆਂ ਅਤੇ ਹਿੰਦੂ ਫਲਸਫੇ ਭਾਵ ਦਰਸ਼ਨ ਦਾ ਗਿਆਨ ਪ੍ਰਾਪਤ ਕੀਤਾ। ਉਹਨਾਂ ਨੇ ਆਪਣੇ ਪੈਗੰਬਰ ਦੇ ਧਰਮ ਨੂੰ ਨਵੇਂ ਗਿਆਨ ਦੀ ਰੌਸ਼ਨੀ ਵਿੱਚ ਵੇਖਿਆ, ਪਰਖਿਆ ਅਤੇ ਉਹਨਾਂ ਪਹਿਲੂਆਂ ਤੇ ਜ਼ੋਰ ਦਿੱਤਾ ਜੋ ਉਹਨਾਂ ਦੇ ਉਦੇਸ਼ ਅਤੇ ਸੁਭਾਅ ਦੇ ਅਨੁਕੂਲ ਸਨ। ਇਹਨਾਂ ਲੋਕਾਂ ਨੂੰ ਸੂਫੀ ਕਿਹਾ ਜਾਂਦਾ ਸੀ। ਸੂਫੀਆਂ ਦਾ ਨਿਸ਼ਚਿਤ ਧਾਰਮਿਕ ਫਿਰਕਾ ਨਹੀਂ ਸੀ ਅਤੇ ਨਾ ਹੀ ਉਹਨਾਂ ਨੇ ਇੱਕੋ ਜਿਹੇ ਸਿਧਾਂਤ ਸਨ, ਪਰੰਤੂ ਉਹਨਾਂ ਵਿੱਚੋਂ ਬਹੁਤ ਸਾਰੇ ਵਿਦਵਾਨ ਅਤੇ ਪੀਰ ਫਕੀਰਾਂ ਵਜੋਂ ਉੱਗੇ ਹੋਏ ਅਤੇ ਉਹਨਾਂ ਦੇ ਪੈਰੋਕਾਰਾਂ ਤੇ ਪ੍ਰਸ਼ੰਸਨ ਦੇ ਆਪਣੇ ਸੰਗਠਨ ਬਣ ਗਏ ਅਤੇ ਉਹਨਾਂ ਸੰਗਠਨਾਂ ਜਾਂ ਮਤਾਂ ਦੀ ਪ੍ਰਸਿੱਧੀ ਉਹਨਾਂ ਦੇ ਮੋਢੀਆਂ ਜਾਂ ਆਗੂਆਂ ਅਨੁਸਾਰ ਹੋਈ। ਸੂਫੀ ਜੋ ਚਾਹੁੰਦੇ ਸਨ ਉਹਨਾਂ ਨੂੰ ਕੁਰਾਨ ਅਤੇ ਹਦੀਸ 'ਚੋਂ ਮਿਲਦਾ ਸੀ। ਸਨਾਤਨੀ ਮੁਸਲਮਾਨਾਂ ਵਾਂਗ ਉਹਨਾਂ ਦਾ ਇੱਕ ਅੱਲਾ ਵਿੱਚ ਵਿਸ਼ਵਾਸ ਸੀ ਜੋ ਕੁਰਾਨ ਅਨੁਸਾਰ ਹਰ ਥਾਂ ਵਿਆਪਕ ਹੈ। ਜਿੱਧਰ ਵੀ ਤੁਸੀਂ ਜਾਓਗੇ ਅੱਲਾ ਵੇਖੋਗੇ। ਮੁਹੰਮਦ ਵਾਂਗ ਉਹ ਗਰੀਬ ਦਾਵੇ ਤੇ ਨਿਰਭਰ ਰਹਿੰਦੇ ਸਨ। ਉਹ ਰੋਜ਼ੇ ਰੱਖਦੇ ਸਨ ਅਤੇ ਅਧਿਆਤਮਿਕ ਅਨੁਭਵ ਲਈ ਨਮਾਜ਼ ਪੜ੍ਹਦੇ, ਜਿਸ ਕਾਰਨ ਮੁਹੰਮਦ ਨੂੰ ਅੱਲਾ ਦੇ ਦੀਦਾਰ ਦੀ ਕਲਪਨਾ ਹੋਈ। ਉਹ ਇਸ ਸਿੱਟੇ ਤੇ ਵੀ ਪਹੁੰਚੇ ਕਿ ਅਧਿਆਤਮਿਕ ਅਨੁਭਵ ਦੀ ਪ੍ਰਾਪਤੀ ਦਾ ਮਾਰਗ ਅੱਲਾ ਦੀ ਅਰਾਧਨਾ ਹੈ। ਵਾਰ-ਵਾਰ ਉਸ ਦਾ ਨਾਮ ਜਪਣਾ ਹੈ
ਤਾਂ ਜੋ ਉਪਾਸਕ ਦੀ ਸੂਰਤ ਅੱਲਾ ਦੇ ਨਾਲ ਜੁੜ ਜਾਵੇ, ਇੱਕਮਿਕ ਹੋ ਜਾਵੇ। ਸੂਫੀ ਵੀ ਹਿੰਦੂ ਭਗਤਾਂ ਵਾਂਗ ਇਹ ਵਿਸ਼ਵਾਸ ਕਰਨ ਲੱਗੇ ਕਿ ਗਾਉਣਾ ਅਤੇ ਨੱਚਣਾ ਵੀ ਉੱਚੀ ਅਵਸਥਾ ਵਿੱਚ ਪਹੁੰਚਣ ਦਾ ਸਾਧਨ ਹਨ, ਜਿਸ ਨਾਲ ਫਨਾ ਦੀ ਦਸ਼ਾ ਪ੍ਰਾਪਤ ਹੋ ਜਾਂਦੀ ਹੈ ਅਤੇ ਆਪਾ ਖਤਮ ਹੋ ਜਾਂਦਾ ਹੈ, ਭਾਵ ਹਿਉਮੈ ਦਾ ਨਾਸ਼ ਹੋ ਜਾਂਦਾ ਹੈ। ਮਨ ਦੀ ਭਟਕਣਾ ਸ਼ਾਂਤ ਹੋ ਜਾਂਦੀ ਹੈ ਅਤੇ ਵਿਅਕਤੀ ਸੰਪੂਰਨ ਰੂਪ ਵਿੱਚ ਪਰਮਾਤਮਾ ਨੂੰ ਸਮਰਪਿਤ ਹੋ ਜਾਂਦਾ ਹੈ। ਸੂਫੀਵਾਦ ਦਾ ਸਭ ਤੋਂ ਮਹੱਤਵਪੂਰਨ ਪਹਿਲੂ, ਜਿਸ ਦਾ ਲੋਕਾਂ ਉੱਪਰ ਸਭ ਤੋਂ ਅਧਿਕ ਪ੍ਰਭਾਵ ਪਿਆ, ਉਹ ਸੂਫੀ ਸੰਤਾਂ ਅਤੇ ਉਹਨਾਂ ਦੇ ਨਿਕਟਵਰਤੀ ਚੇਲਿਆਂ ਦੀ ਜੀਵਨ ਸ਼ੈਲੀ ਸੀ। ਜਦੋਂ ਮੁਸਲਮਾਨ ਜੇਤੂਆਂ ਨੇ ਕਾਫਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਪੂਜਾ ਅਸਥਾਨ ਤਬਾਹ ਕੀਤੇ। ਸੂਫੀਆਂ ਨੇ ਉਹਨਾਂ ਦਾ ਆਪਣੇ ਘਰਾਂ ਵਿੱਚ ਸਵਾਗਤ ਕੀਤਾ ਅਤੇ ਭਰਾਵਾਂ ਵਾਂਗੂ ਗੱਲ ਲਾਇਆ। ਉਹਨਾਂ ਦੇ ਮਤ ਦੇ ਮੁੱਖ ਸਿਧਾਂਤਾਂ ਵਿੱਚੋਂ ਇੱਕ ਸਿਧਾਂਤ ਹੈ ਤਾਲਿਫ-ਏ-ਕਲਬ, ਦਿਲਾਂ ਨੂੰ ਜੋੜਨਾ। ਜਿਹੜੇ ਹਿੰਦੂਆਂ ਨੂੰ ਮੁਸਲਮਾਨ ਸੈਨਿਕ ਡਰਾਉਂਦੇ ਸਨ ਅਤੇ ਭੈਭੀਤ ਕਰਦੇ ਸਨ, ਉਹਨਾਂ ਨੂੰ ਹੁਣ ਅਜਿਹੇ ਮੁਸਲਮਾਨ ਵੀ ਮਿਲੇ ਜੋ ਉਹਨਾਂ ਨੂੰ ਆਪਣੇ ਮਿੱਤਰ ਬਣਾਉਣਾ ਚਾਹੁੰਦੇ ਸਨ। ਸੂਫੀਆਂ ਨੂੰ ਆਪਣੇ ਧਰਮ ਵਿੱਚ ਪਰਿਵਰਤਨ ਕਰਕੇ ਲਿਆਉਣ ਲਈ ਬਹੁਤਾ ਤਰਦਦ ਨਹੀਂ ਕਰਨਾ ਪਿਆ। ਬਹੁਤ ਸਾਰੇ ਧਰਮ ਬਦਲਣ ਵਾਲੀਆਂ ਨਵੀਆਂ ਜਾਤੀਆਂ ਵਿੱਚੋਂ ਸਨ, ਜਿਨ੍ਹਾਂ ਨੂੰ ਉੱਚੀਆਂ ਜਾਤੀਆਂ ਵਾਲੇ ਹਿੰਦੂਆਂ ਵੱਲੋਂ ਬਰਾਬਰ ਨਹੀਂ ਸਮਝਿਆ ਜਾਂਦਾ ਸੀ। ਨੀਵੀਆਂ ਜਾਤਾਂ ਨਾਲ ਚੰਗਾ ਸਲੂਕ ਕਰਕੇ ਸੂਫੀ ਭਗਤਾਂ ਨੂੰ ਮਾਤ ਦੇ ਗਏ, ਕਿਉਂਕਿ ਸੂਫੀ ਜੋ ਪ੍ਰਚਾਰ ਕਰਦੇ ਸਨ ਉਸ ਤਰ੍ਹਾਂ ਵਿਹਾਰ ਵੀ ਕਰਦੇ ਸਨ, ਜੋ ਕਹਿੰਦੇ ਸਨ ਉਹ ਦਿੰਦੇ ਸਨ। ਇਸਲਾਮ ਧਰਮ ਅਪਣਾਉਣ ਵਾਲੇ ਅਛੂਤ ਹਿੰਦੂ ਹੁਣ ਪਹਿਲਾਂ ਵਾਂਗ ਅਛੂਤ ਜਾਂ ਚੂੜੇ, ਚੰਡਾਲ, ਪਤਿਤ ਜਾਂ ਬਰਾਦਰੀ ਵਿੱਚੋਂ ਅੱਡ ਨਾ ਰਹੇ, ਛੇਕੇ ਨਾ ਗਏ। ਉਹਨਾਂ ਨੂੰ ਸਤਿਕਾਰਪੂਰਨ ਪਦ ਜਿਵੇਂ ਸ਼ੇਖ, ਮਲਿਕ, ਖਲੀਫਾ ਜਾਂ ਮੋਮਿਨ ਦੇ ਦਿੱਤੇ ਗਏ ਅਤੇ ਘੱਟੋ ਘੱਟ ਮੁੱਢਲੇ ਪੜਾਅ ਵਿੱਚ ਉਹਨਾਂ ਨੂੰ ਬਰਾਬਰ ਦੇ ਸਮਾਜਿਕ ਅਧਿਕਾਰ ਮਿਲੇ ਅਤੇ ਉਹਨਾਂ ਦੀਆਂ ਮੁਸਲਮਾਨ ਕੁਲੀਨ ਵਰਗ ਨਾਲ ਵਿਆਹ ਸ਼ਾਦੀਆਂ ਹੋਈਆਂ। ਬਹੁਤ ਸਾਰੇ ਹਿੰਦੂਆਂ ਦੇ ਇਸਲਾਮ ਵਿੱਚ ਪ੍ਰਵੇਸ਼ ਕਰਨ ਨਾਲ ਇਸਲਾਮ ਵਿੱਚ ਇਨਕਲਾਬੀ ਤਬਦੀਲੀਆਂ ਵਾਪਰੀਆਂ, ਜਿਵੇਂ ਕਿ ਇਹ ਹਿੰਦੁਸਤਾਨ ਵਿੱਚ ਵਿਵਹਾਰਿਕ ਰੂਪ ਧਾਰਨ ਕਰ ਗਿਆ। ਨਵਾਂ ਧਰਮ ਅਪਣਾਉਣ ਵਾਲਿਆਂ ਨੇ ਆਪਣੇ ਨਵੇਂ ਧਰਮ ਨੂੰ ਉਸ ਜੀਵਨ ਸ਼ੈਲੀ ਅਤੇ ਸੋਚ ਵਿਚਾਰ ਦੇ ਅਨੁਕੂਲ ਢਾਲ ਲਿਆ ਜਿਸ ਦੇ ਉਹ ਆਦੀ ਸਨ। ਉਹਨਾਂ ਵਿੱਚੋਂ ਬਹੁਤ ਸਾਰੇ ਮੱਕਾ ਜਾਣ ਦੀ ਇੱਛਾ ਨਹੀਂ ਰੱਖਦੇ ਸਨ, ਪਰ ਫਿਰ ਵੀ ਹੱਜ ਤੇ ਜਾਣਾ ਚਾਹੁੰਦੇ ਸਨ। ਉਹਨਾਂ ਨੇ ਸੂਫੀ ਸੰਤਾਂ ਦੇ ਮਕਬਰਿਆਂ ਨੂੰ ਆਪਣੇ ਛੋਟੇ ਮੱਕੇ ਦੇ ਰੂਪ ਵਿੱਚ ਵੇਖਿਆ, ਸੂਫੀਆਂ ਨੂੰ ਗੁਰੂ ਮੰਨਿਆ ਤੇ ਆਪਣੇ ਕੀਰਤਨ ਨੂੰ ਨਾਇਤ-ਏ-ਰਸੂਲ ਅਤੇ ਕਵਾਲੀ ਮੰਨ ਲਿਆ, ਜਿਵੇਂ ਪੈਗੰਬਰ ਦੀ ਉਪਮਾ ਵਿੱਚ ਕੀਤਾ ਜਾਂਦਾ ਸੀ। ਕਿਉਂਕਿ ਪ੍ਰਵਾਸੀ ਮੁਸਲਮਾਨਾਂ ਨਾਲੋਂ ਹਿੰਦੂਆਂ ਵਿੱਚੋਂ ਧਰਮ ਬਦਲੀ ਕਰਕੇ ਆਏ ਹੋਏ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਉਹਨਾਂ ਨੇ ਵੀ ਮੁਸਲਮਾਨਾਂ ਦੇ ਧਾਰਮਿਕ ਆਚਾਰ ਵਿਹਾਰ ਦੇ ਨਾਲ ਨਾਲ ਆਪਣੇ ਸਹਿ ਧਰਮੀਆਂ ਦੀ ਜੀਵਨ ਸ਼ੈਲੀ ਅਪਣਾ ਲਈ। ਇਸ ਤਰ੍ਹਾਂ ਭਾਰਤ ਦੇ ਮੁਸਲਮਾਨ ਹਿੰਦੂਆਂ ਦੇ ਨਜ਼ਦੀਕ ਆਉਂਦੇ ਗਏ। ਵਸਤਰ, ਭੋਜਨ, ਰਿਵਾਜ, ਬੋਲੀ, ਸੰਗੀਤ, ਅਸਲ ਵਿੱਚ ਪੂਜਾ ਦੇ ਢੰਗ ਤੋਂ ਬਿਨਾਂ ਹਰ ਚੀਜ਼ ਵਿੱਚ ਦੋਵੇਂ ਧਰਮ ਅਤੇ ਸਮਾਜ ਸਮਰੂਪ ਹੋ ਗਏ। ਉਹਨਾਂ ਨੂੰ ਬਸ ਇਹੋ ਜ਼ਰੂਰਤ ਸੀ ਕਿ ਕੋਈ ਮੰਦਰ ਅਤੇ ਮਸਜਿਦ ਦਾ ਪਾੜਾ ਪੂਰ ਸਕੇ, ਘਟਾ ਸਕੇ। ਪੰਜਾਬ ਵਿੱਚ ਵਸਣ ਵਾਲਿਆਂ ਸੂਫੀਆਂ ਦੀ ਲੰਮੀ ਸੂਚੀ ਵਿੱਚ ਬੜੇ ਉੱਘੇ ਨਾਮ ਹਨ। ਮੁੱਢਲੇ ਸੂਫੀਆਂ ਵਿੱਚ ਅਲੀ ਮਖਦੂਮ ਹੁਜਵੀਰੀ ਸੀ, ਜੋ ਆਪਣੀ ਉਦਾਰਤਾ ਕਾਰਨ ਦਾਤਾ ਗੰਜ ਬਖਸ਼ ਕਰਕੇ ਪ੍ਰਸਿੱਧ ਹੋਇਆ। ਪੰਜਾਬ ਵਿੱਚ ਸਭ ਤੋਂ ਵਧੇਰੇ ਪ੍ਰਸਿੱਧ ਚਿਸ਼ਤੀ ਸਿਲਸਿਲੇ ਦੇ ਸੂਫੀ ਸ਼ੇਖ ਫਰੀਦ ਸ਼ਕਰਗੰਜ ਜੀ ਹੋਏ ਹਨ। ਉਹ ਪਾਕਪਟਨ ਵਿੱਚ ਰਿਹਾ ਕਰਦੇ ਸਨ, ਜਿਹੜਾ ਸੂਬੇ ਵਿੱਚ ਸੂਫੀ ਮਤ ਦਾ ਕੇਂਦਰ ਬਣ ਗਿਆ। ਸੋਹਰਾਵਰਦੀ ਸੂਫੀ ਸਿਲਸਿਲੇ ਦਾ ਇੱਕ ਕੇਂਦਰ ਮੁਲਤਾਨ ਵਿੱਚ ਕਾਇਮ ਹੋ ਗਿਆ, ਜਿਸ ਨੂੰ ਬਹਾਵਦੀਨ ਜ਼ਕਰੀਆ ਰੁਕਨਦੀਨ ਜ਼ਕਰੀਆ ਨੇ ਕਾਇਮ ਕੀਤਾ। 15ਵੀਂ ਸਦੀ ਵਿੱਚ ਸਿੰਧ ਵਿੱਚ ਵੀ ਕਾਦਰੀ ਸੂਫੀ ਸਿਲਸਿਲਾ ਸਥਾਪਿਤ ਹੋ ਗਿਆ। 15ਵੀਂ ਸਦੀ ਦੇ ਪੰਜਾਬ ਵਿੱਚ ਧਾਰਮਿਕ ਅਤੇ ਰਾਜਸੀ ਪਰਿਵਰਤਨ। 1398 ਈਸਵੀ ਨੂੰ ਤੈਮੂਰ ਦੇ ਹਮਲੇ ਨਾਲ ਉੱਤਰੀ ਭਾਰਤ ਵਿੱਚ ਸੰਗਠਿਤ ਸਰਕਾਰ ਦਾ ਖਾਤਮਾ ਹੋ ਗਿਆ। ਸਥਾਨਕ ਸੂਬੇਦਾਰ ਦਿੱਲੀ ਤੋਂ ਬਾਕੀ ਹੋ ਗਏ ਅਤੇ ਸੁਤੰਤਰ ਹਾਕਮ ਬਣ ਬੈਠੇ। ਉਸ ਪਿੱਛੋਂ ਸਮਰਾਟ ਅਤੇ ਉਸ ਦੇ ਪ੍ਰਾਂਤਕ ਸੂਬੇਦਾਰਾਂ ਵਿੱਚ ਲਗਾਤਾਰ ਝਗੜਾ ਪੈਦਾ ਹੋ ਗਿਆ ਅਤੇ ਗੈਰ ਕਾਨੂੰਨੀ ਅਨਸਰਾਂ ਨੇ ਬਗਾਵਤ ਲਈ ਸਿਰ ਉਠਾਇਆ। ਹਾਕਮ ਵਰਗ, ਜੋ ਕਿ ਵਧੇਰੇ ਕਰਕੇ ਮੁਸਲਮਾਨ ਹੀ ਸੀ, ਉਹਨਾਂ ਦੀ ਸ਼ਕਤੀ ਤੇ
ਅਧਿਕਾਰ ਖੇਤਰ ਘੱਟ ਹੋ ਗਿਆ, ਉਹਨਾਂ ਦੇ ਖਜ਼ਾਨੇ ਖਾਲੀ ਹੋ ਗਏ, ਤਾਂ ਉਹਨਾਂ ਨੇ ਗੈਰ ਕਾਨੂੰਨੀ ਕਰ ਲਾ ਕੇ ਅਨਿਆਂਪੂਰਨ ਢੰਗ ਨਾਲ ਅਮੀਰ ਹਿੰਦੂ ਵਪਾਰੀ ਵਰਗ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ, ਕਾਫਰਾਂ ਨੂੰ ਕਤਲ ਕੀਤਾ ਜਾਣ ਲੱਗਾ ਅਤੇ ਉਹਨਾਂ ਦੇ ਮੰਦਰ ਢਾਹੇ ਗਏ। ਇਸ ਤਰ੍ਹਾਂ ਸੂਫੀਆਂ ਦਾ ਕੰਮ ਜੋ ਉਹਨਾਂ ਨੇ ਹਿੰਦੂ ਧਰਮ ਲਈ ਸਹਿਣਸ਼ੀਲਤਾ ਦੇ ਪ੍ਰਚਾਰ ਰਾਹੀਂ ਕੀਤਾ ਸੀ, ਤੇ ਹਿੰਦੂ ਭਗਤਾਂ ਦਾ ਕੰਮ ਜਿਸ ਰਾਹੀਂ ਉਹਨਾਂ ਨੇ ਇਸਲਾਮ ਨੂੰ ਸਦਭਾਵਨਾ ਨਾਲ ਸਮਝਣ ਦੀ ਸਿੱਖਿਆ ਦਿੱਤੀ, ਉਸ ਦਾ ਨਾਸ਼ ਹੋ ਗਿਆ। ਰਾਜਸੀ ਗੜਬੜ ਨੇ ਆਮ ਲੋਕਾਂ ਦੀਆਂ ਧਾਰਮਿਕ ਰੀਤਾਂ ਅਤੇ ਰਿਵਾਜਾਂ ਨੂੰ ਵੀ ਪ੍ਰਭਾਵਿਤ ਕੀਤਾ। ਮੁਸਲਮਾਨਾਂ ਲਈ ਮੰਦਰਾਂ ਦੀ ਤਬਾਹੀ ਅਤੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਹੀ ਪ੍ਰਸ਼ੰਸਾਯੋਗ ਅਤੇ ਵਿਸ਼ਵਾਸ ਦਾ ਕੰਮ ਬਣ ਗਿਆ। ਬਾਕੀ ਉਹ ਸੁੰਨਤ ਕਰਾਉਣ ਨਾਲ, ਕੁਰਾਨ ਵਿੱਚ ਵਿਸਰਜਿਤ ਮਾਸ ਖਾਣ ਨਾਲ, ਰਮਜ਼ਾਨ ਦੇ ਮਹੀਨੇ ਵਰਤ ਰੱਖ ਕੇ ਹੀ ਚੰਗਾ ਮੁਸਲਮਾਨ ਬਣ ਸਕਦਾ ਸੀ। ਹਿੰਦੂ ਮੁੜ ਬੁੱਤ ਪੂਜਾ ਵੱਲ ਮੁੜ ਪਏ ਅਤੇ ਗੁਨਾਹ ਉਤਾਰਨ ਲਈ ਪਵਿੱਤਰ ਦਰਿਆਵਾਂ ਵਿੱਚ ਇਸ਼ਨਾਨ ਕਰਨ ਲੱਗੇ, ਜਾਤ ਪਾਤ ਦੀਆਂ ਨਿਸ਼ਾਨੀਆਂ ਅਤੇ ਜਨੇਊ ਆਦਿ ਪਾਉਣ ਲੱਗੇ, ਤੇ ਵੈਸ਼ਨੂੰ ਭੋਜਨ ਅਤੇ ਚੌਂਕੇ ਉਦਾਲੇ ਕਾਰ ਕੱਢਣ ਵਾਲੇ ਖਬਤਾਂ ਵਿੱਚ ਫਸ ਗਏ। ਜਾਤ ਪਾਤ ਵਿਵਸਥਾ ਫਿਰ ਪਹਿਲਾਂ ਵਾਂਗ ਹੀ ਪ੍ਰਚਲਿਤ ਹੋ ਗਈ। ਗੁਰੂ ਨਾਨਕ ਨੇ ਸਮੇਂ ਦੀ ਦਸ਼ਾ ਬਾਰੇ ਆਪਣੇ ਸ਼ਬਦਾਂ ਵਿੱਚ ਵੇਰਵਾ ਦਿੱਤਾ ਹੈ। ਸਮਾਂ ਚਾਕੂ ਹੈ ਅਤੇ ਰਾਜੇ ਕਸਾਈ ਹਨ। ਧਰਮ ਖੰਭ ਲਾ ਕੇ ਉੱਡ ਗਿਆ ਹੈ। ਝੂਠ ਦੀ ਹਨੇਰੀ ਰਾਤ ਵਿੱਚ ਮੈਨੂੰ ਸੱਚ ਦਾ ਚੰਦਰਮਾ ਚੜ੍ਹਿਆ ਹੋਇਆ ਨਹੀਂ ਦਿਸਦਾ। ਕਾਲ ਕੰਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜ੍ਹਿਆ। ਤੇ ਫਿਰ ਉਸਨੇ ਕਿਹਾ ਕਿ ਸ਼ਰਮ ਧਰਮ ਖਤਮ ਹੋ ਗਏ ਹਨ ਅਤੇ ਹਰ ਥਾਂ ਕੂੜ ਪ੍ਰਧਾਨ ਹੋ ਗਿਆ ਹੈ। ਮੁੱਲਾ ਅਤੇ ਪੰਡਤ ਆਪਣੇ ਕਰਤੱਵ ਭੁਲਾ ਚੁੱਕੇ ਹਨ। ਵਿਆਹ ਸ਼ਾਦੀਆਂ ਦੀਆਂ ਰਸਮਾਂ ਸ਼ੈਤਾਨ ਪੂਰੀਆਂ ਕਰਵਾ ਰਿਹਾ ਹੈ। ਕਾਤਲਾਂ ਦੀ ਮਹਿਮਾ ਕੀਤੀ ਜਾ ਰਹੀ ਹੈ ਅਤੇ ਲੋਕ ਕੇਸਰ ਦੀ ਥਾਂ ਸਰਰੀ ਅਤੇ ਲਹੂ ਮਲ ਰਹੇ ਹਨ। ਸ਼ਰਮ ਧਰਮ ਦੋਏ ਛਿਪ ਖਲੋਏ, ਕੂੜ ਫਿਰੇ ਪ੍ਰਧਾਨ ਵਿਲਾਲੋ, ਕਾਜੀਆਂ ਬਾਹਮਣਾ ਕੀ ਗਲ ਥਕੀ, ਅਗਦ ਪੜੇ ਸ਼ੈਤਾਨ ਵਿਲਾਲੋ, ਖੂਨ ਕੇ ਸੋਇਲੇ ਗਾਵੀਐ, ਨਾਨਕ ਰਤ ਕਾ ਕੰਗੂ ਪਾਏ ਵਿਲਾਲੋ। ਉਸ ਸਮੇਂ ਲੋਧੀਆਂ ਦਾ ਰਾਜ ਸੀ, ਜਿਨ੍ਹਾਂ ਨੇ ਨਾਨਕ ਦੇ ਸ਼ਬਦਾਂ ਵਿੱਚ ਹਿੰਦੁਸਤਾਨ ਦੇ ਰੂਪ ਵਿੱਚ ਕੀਮਤੀ ਵਿਰਸੇ ਦਾ ਸਤਿਆਨਾਸ਼ ਕਰ ਦਿੱਤਾ ਸੀ, ਤੇ ਬਾਬਰ ਦੇ ਧਾੜਵੀ ਦਲਾਂ ਨੂੰ ਲੁੱਟ-ਮਾਰ ਕਰਨ ਦੀ ਖੁੱਲ੍ਹ ਦੇ ਦਿੱਤੀ ਸੀ। ਝੂਠ ਤੇ ਨਫ਼ਰਤ ਦੇ ਸ਼ੋਰ ਸ਼ਰਾਬੇ ਵਿੱਚ ਸੂਫੀਆਂ ਤੇ ਭਗਤਾਂ ਦੇ ਪਿਆਰ ਭਰੇ ਸ਼ਬਦ ਅਣਸੁਣੇ ਰਹਿ ਗਏ। ਅੱਜ ਅਸੀਂ ਇਸ ਕਿਤਾਬ ਦੇ ਪੰਨਾ ਨੰਬਰ 37 ਤੱਕ ਪੜ੍ਹ ਚੁੱਕੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।